ਤੁਹਾਡਾ ਮੁੱਦਾ ਸਾਡੀ ਜ਼ਿੰਮੇਵਾਰੀ। ਮਾਸਾਹਾਰੀ ਹਿਮਾਚਲ ਤੇ ਭਾਰੀ ਕਿਉਂ? ਕੀ ਤੁਸੀਂ ਕਦੀ ਇਹ ਸ਼ਬਦ ਸੁਣੇ ਨੇ ਕਿ ਮਾਸ ਖਾਣ ਦੇ ਨਾਲ ਕੁਦਰਤੀ ਆਪਦਾ ਆਈ ਹੋਵੇ, ਕਿਤੇ ਬੱਦਲ ਫਟੇ ਹੋਣ, ਕਿਤੇ ਹੜ੍ਹ ਆਏ ਹੋਣ, ਕਿਤੇ ਲੈਂਡ ਸਲਾਈਡਿੰਗ ਹੋਈ ਹੋਵੇ? ਸੋ ਇਹ ਸ਼ਬਦ ਜਦੋਂ ਅਸੀਂ ਸੁਣੇ ਤਾਂ ਸਭ ਨੂੰ ਹੈਰਾਨੀ ਇਸ ਗੱਲ ਦੀ ਹੋਈ ਕਿ ਆਖਿਰਕਾਰ ਇੱਕ IIT ਦਾ ਡਾਇਰੈਕਟਰ ਇਹ ਸ਼ਬਦ ਕਿਵੇਂ ਬੋਲ ਸਕਦਾ। ਸੋ ਗੱਲ ਕਰ ਰਹੇ ਹਾਂ ਮੰਡੀ ਦੀ IIT ਦੇ ਜਿਹੜੇ ਡਾਇਰੈਕਟਰ ਨੇ ਉਹਨਾਂ ਦੇ ਵੱਲੋਂ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਜਿਹੜਾ ਚਰਚਾਵਾਂ ਦੇ ਵਿੱਚ ਹੈ। ਉਹ ਕਹਿੰਦੇ ਨੇ ਕਿ ਮੀਟ ਖਾਣ ਦੇ ਨਾਲ ਹਿਮਾਚਲ ਦੇ ਵਿੱਚ ਬੀਤੇ ਮਹੀਨੇ ਜੋ ਕੁਦਰਤੀ ਆਪਦਾ ਆਈ, ਜੋ ਲੈਂਡ ਸਲਾਈਡਿੰਗ ਹੋਈ ਹੈ, ਉਸੇ ਦਾ ਕਾਰਨ ਹੈ। ਜੇਕਰ ਤੁਸੀਂ ਜ਼ਿੰਦਗੀ 'ਚ ਚੰਗੇ ਇਨਸਾਨ ਬਣਨਾ ਤਾਂ ਤੁਸੀਂ ਮਾਸ ਖਾਣਾ ਛੱਡ ਦਿਓ, ਤੁਸੀਂ ਚੰਗੇ ਇਨਸਾਨ ਬਣ ਜਾਓਗੇ। ਬਹੁਤ ਸਾਰੇ ਹੋਰ ਵੀ ਬਿਆਨ ਉਹਨਾਂ ਨੇ ਅਜਿਹੇ ਦਿੱਤੇ ਜਿਸ ਦੇ ਕਾਰਨ ਉਹਨਾਂ ਦਾ ਚਰਚਾਵਾਂ ਦੇ ਵਿੱਚ ਆਉਣਾ ਲਾਜ਼ਮੀ ਸੀ। ਪਰ ਦੇਖਿਆ ਜਾਵੇ ਜਦੋਂ ਅਸੀਂ ਚੰਦ ਦੀਆਂ ਗੱਲਾਂ ਕਰਦੇ ਹਾਂ, ਚੰਦਰਮਾ ਤੇ ਪਹੁੰਚ ਚੁੱਕੇ ਹਾਂ, ਦੂਜੇ ਪਾਸੇ ਸੂਰਜ ਤੇ ਜਾਣ ਦੀ ਤਿਆਰੀ ਹੈ। ਸੋ ਬਹੁਤ ਸਾਰੇ ਇਹੋ ਜਿਹੇ ਸਾਇੰਸ ਦੇ ਵਿੱਚ ਇਹਨਾਂ ਅੰਧ ਵਿਸ਼ਵਾਸਾਂ ਦੀ ਥਾਂ ਹੀ ਕੋਈ ਨਹੀਂ ਹੈ। ਤੇ ਇਸ ਸਮੇਂ ਦੇ ਵਿੱਚ ਜਦੋਂ ਸਾਇੰਸ ਦੇ ਵਿੱਚ ਇਸ ਗੱਲਾਂ ਦੀ ਕੋਈ ਥਾਂ ਨਹੀਂ, ਇਹਨਾਂ ਬਿਆਨਾਂ ਦੀ ਕੋਈ ਥਾਂ ਨਹੀਂ, ਔਰ ਇੰਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਜਦੋਂ ਅਜਿਹੀਆਂ ਗੱਲਾਂ ਅਸੀਂ ਕਰੀਏ, ਅਜਿਹੇ ਬਿਆਨ ਦੀਏ, ਤਾਂ ਸੋਚੋ ਜਿਹੜੇ ਸਟੂਡੈਂਟਸ ਉੱਥੇ ਪੜ੍ਹ ਰਹੇ ਨੇ ਉਹਨਾਂ ਤੇ ਕੀ ਅਸਰ ਪਵੇਗਾ। ਅੰਧ ਵਿਸ਼ਵਾਸ ਨੂੰ ਮੰਨੀਏ ਜਾਂ ਮੰਨੀਏ ਕਿ ਇਹਦਾ ਜਿਹੜਾ ਕਨੈਕਸ਼ਨ ਕੀ ਹੈ, ਆਸਥਾ ਤੇ ਆਫਤ ਦਾ ਕਨੈਕਸ਼ਨ ਕੀ ਹੈ, ਇਸ ਬਾਰੇ ਅੱਜ ਅਸੀਂ ਚਰਚਾ ਕਰਾਂਗੇ। ਸੋ ਇਹਨਾਂ ਦੇ ਬਿਆਨ ਤੋਂ ਬਾਅਦ ਇਹ ਜੋ ਡਾਇਰੈਕਟਰ ਸਾਹਿਬ ਆਖਦੇ ਨੇ ਕਿ ਕੁਦਰਤੀ ਆਫਤ ਹਿਮਾਚਲ ਦੇ ਉੱਤੇ ਮਾਸ ਖਾਣ ਦੇ ਨਾਲ ਆਈ ਹੈ, ਉਸ ਦਾ ਕਨੈਕਸ਼ਨ ਪੁੱਛਣ ਦੀ ਕੋਸ਼ਿਸ਼ ਕਰਾਂਗੇ। ਤੁਹਾਡੇ ਕੋਲੋਂ ਵੀ ਸਵਾਲ ਜਿਹੜੇ ਪੁੱਛੇ ਜਾਣਗੇ ਕਿ ਆਖਿਰਕਾਰ ਤੁਸੀਂ ਇਸ ਮੁੱਦੇ ਤੇ ਕੀ ਕਹਿਣਾ ਚਾਹੁੰਦੇ ਹੋ, ਆਖਿਰਕਾਰ ਜੋ ਬਿਆਨ ਉਹਨਾਂ ਨੇ ਦਿੱਤੇ ਤੁਸੀਂ ਪੂਰੀ ਤਰ੍ਹਾਂ ਸਹਿਮਤ ਹੋ, ਪੂਰਾ ਮਾਮਲਾ ਕੀ ਹੈ। ਇੱਕ ਵਾਰੀ ਤੁਹਾਨੂੰ ਇੱਕ ਰਿਪੋਰਟ ਦੇ ਜ਼ਰੀਏ ਸਮਝਾ ਦਿੰਦੇ ਹਾਂ ਕਿ ਆਖਿਰਕਾਰ ਉਹ ਕਹਿਣਾ ਕੀ ਚਾਹੁੰਦੇ ਸੀ ਤੇ ਇਸ ਗੱਲਾਂ ਦੇ ਮਤਲਬ ਅੱਗੇ ਕੀ ਨਿਕਲ ਸਕਦੇ ਨੇ, ਮਾਇਨੇ ਕੀ ਨੇ। ਦੇਖਦੇ ਹਾਂ ਖਾਸ ਰਿਪੋਰਟ। So to become good human being, what you have to do? No to meat eating, the mass scale landslides and so many other things, cloud burst that you see again and again. ਜਿੱਥੇ ਸਾਡਾ ਦੇਸ਼ ਚੰਦ ਤੇ ਸੂਰਜ ਤੇ ਪਹੁੰਚਣ ਦੀਆਂ ਗੱਲਾਂ ਕਰ ਰਿਹਾ, ਉੱਥੇ ਅਸੀਂ ਅੱਜ ਵੀ ਵਹਿਮ ਭਰਮ ਦੀ ਦੁਨੀਆ ਦੇ ਅੰਧਕਾਰ ਦੇ ਵਿੱਚ ਫਸੇ ਹੋਏ ਹਾਂ। ਉਹ ਦੁਨੀਆ ਜਿਸ ਦਾ ਕੋਈ ਆਧਾਰ ਨਹੀਂ, ਜਿਸ ਦਾ ਅਸਲ ਜ਼ਿੰਦਗੀ ਦੇ ਵਿੱਚ ਕੋਈ ਵਜੂਦ ਵੀ ਦਿਖਾਈ ਨਹੀਂ ਦਿੰਦਾ। ਸਿੱਖਿਆ ਦਾ ਉਹ ਮੰਦਰ ਜਿੱਥੇ ਸਾਡੇ ਬੱਚੇ ਉੱਚ ਤਾਲੀਮ ਹਾਸਲ ਕਰਨ ਦੇ ਲਈ ਜਾਂਦੇ ਨੇ, ਪਰ ਉਸ ਥਾਂ ਤੇ ਜੇ ਬੱਚਿਆਂ ਨੂੰ ਇਹ ਸਿਖਾਇਆ ਜਾਵੇ ਕਿ ਮਾਸ ਖਾਣ ਦੇ ਨਾਲ ਧਰਤੀ ਤੇ ਤਬਾਹੀ ਮਚੀ ਹੈ, ਤਾਂ ਤੁਸੀਂ ਇਸ ਤਰਕ ਤੇ ਕੀ ਸੋਚੋਗੇ? ਇਹ ਬਿਆਨ ਕਿਸੇ ਹੋਰ ਵੱਲੋਂ ਨਹੀਂ, ਸਗੋਂ ਹਿਮਾਚਲ ਦੇ ਜ਼ਿਲ੍ਹਾ ਮੰਡੀ ਦੇ IIT ਦੇ ਡਾਇਰੈਕਟਰ ਪ੍ਰੋਫੈਸਰ ਲక్ష్ਮੀਧਰ ਦੇ ਵੱਲੋਂ ਦਿੱਤਾ ਗਿਆ, ਜਿਸ ਨੂੰ ਸੁਣ ਹਰ ਕੋਈ ਹੈਰਾਨ ਹੈ। ਉਹਨਾਂ ਦਾ ਮੰਨਣਾ ਹੈ ਕਿ ਹਿਮਾਚਲ ਦੇ ਲੋਕ ਜਾਨਵਰਾਂ ਨੂੰ ਮਾਰ ਕੇ ਉਹਨਾਂ ਦਾ ਮਾਸ ਖਾਂਦੇ ਨੇ, ਇਸੇ ਕਾਰਨ ਹਿਮਾਚਲ ਦੇ ਵਿੱਚ ਬੀਤੇ ਮਹੀਨੇ ਤਬਾਹੀ ਮਚੀ। Himachal Pradesh will have a significant downfall if the innocent animals are not butchered. You are butchering them, innocent animals. That has a symbiotic relationship in the degradation of the environment as well, which you cannot see now, but it will have. It is having the mass scale landslides and so many other things, cloud burst that you see again and again. These are all effect of these cruelty. ਗੱਲ ਸਿਰਫ ਬਿਆਨ ਤੱਕ ਹੀ ਸੀਮਤ ਨਹੀਂ ਰਹਿੰਦੀ। ਆਪਣੇ IIT ਦੇ ਇੱਕ ਪ੍ਰੋਗਰਾਮ ਦੇ ਵਿੱਚ ਮੌਜੂਦ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਡਾਇਰੈਕਟਰ ਲక్ష్ਮੀਧਰ ਦੇ ਵੱਲੋਂ ਵਿਦਿਆਰਥੀਆਂ ਨੂੰ ਇਹ ਆਖਿਆ ਗਿਆ ਕਿ ਜੇਕਰ ਚੰਗੇ ਇਨਸਾਨ ਬਣਨਾ ਹੈ ਤਾਂ ਮਾਸ ਖਾਣਾ ਛੱਡੋ। ਇਸ ਦੌਰਾਨ ਉਹਨਾਂ ਨੇ ਮੰਚ ਤੋਂ ਇਹ ਵੀ ਆਖਿਆ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੀ ਕੁਦਰਤੀ ਆਫਤ ਬੀਤੇ ਮਹੀਨੇ ਵਾਪਰੀ ਹੈ, ਜਿਹੜੇ ਬੱਦਲ ਹਿਮਾਚਲ ਪ੍ਰਦੇਸ਼ ਦੇ ਵਿੱਚ ਫਟੇ ਨੇ, ਉਹ ਜਾਨਵਰਾਂ ਦੀ ਮੌਤ ਦੇ ਕਾਰਨ ਹੀ ਹੋਇਆ। IIT ਦੇ ਡਾਇਰੈਕਟਰ ਦੇ ਇਸ ਬਿਆਨ ਦੇ ਉੱਤੇ ਹਿਮਾਚਲ ਵਾਸੀਆਂ ਦਾ ਕੀ ਕਹਿਣਾ, ਆਓ ਤੁਸੀਂ खुद ही सुन लो। कोई जरूरी नहीं है कि मांस खाने से ऐसी आपदा आएंगी कि जैसे वो बोल रहे हैं। अब इसका कोई लॉजिक उनके पास होगा कि भाई ऐसा है, भाई नहीं मांस खाने से ऐसा होगा, तो मेरे हिसाब से तो सबको मांस छोड़ देना चाहिए। फिर जीव जंतु तो बेचारे हो जाएंगे। ऐसा तो नहीं, बैलेंस जो बनाना हमने अपनी प्रकृति का, तो उसके लिए भी जरूरी है कि ये जो मांस खा रहे हैं और शाकाहारी नहीं है लोग यहाँ के, इससे सारा हिमाचल जो है वो तबाह हो जाएगा। मुझे समझ नहीं आई इस बात की भी ये उन्होंने किस परिप्रेक्ष्य में कहा और इससे ऐसा होगा। ये तो अंधविश्वास का एक मेरे को कथन लगता है। ਡਾਇਰੈਕਟਰ ਦੇ ਇਸ ਬਿਆਨ ਤੋਂ ਬਾਅਦ ਹਿਮਾਚਲ ਪ੍ਰदेश ਦੇ ਸਿਆਸਤਦਾਨ ਕੀ ਕਹਿੰਦੇ ਨੇ, ਆਓ ਉਹ ਵੀ ਸੁਣ ਲੈਂਦੇ ਹਾਂ। आप जानते हैं हिमाचल में आज से नहीं बरसों से और सदियों से
लोग मीट मांस खाते हैं, मदिरा पीते हैं. दिस इज नो क्राइम, नो क्राइम. इट इज डन, इट इज ओवर द ईयर्स. इट इज नॉट कि रिसेंटली लगे हैं मीट खाने. तो वो कब से कर रहे हैं, जब से आई थिंक हिमाचल की उत्पत्ति हुई है तब से लेकर ऐसा हो रहा है. तो वन शुड नॉट गो इनटू दीज थिंग्स. उसका कारण मांसाहार नहीं हो सकता. उसका कारण सीधा सा है कि जितनी आबादी बढ़ी, बेतहाशा विकास हुआ, और जो विवेक के बिना विकास किया जाता है वो निश्चित रूप से विनाश लाता है. ਦੱਸ ਦਈਏ ਕਿ ਆਈਆਈਟੀ ਦੇ ਡਾਇਰੈਕਟਰ ਭਗਵਾਨ ਕ੍ਰਿਸ਼ਨ ਜੀ ਦੇ ਭਗਤ ਨੇ ਮੰਡੀ ਦੇ ਵਿੱਚ ਡਾਇਰੈਕਟਰ ਵਜੋਂ ਤਾਇਨਾਤ ਹੋਣ ਤੋਂ ਪਹਿਲਾਂ ਵੀ ਉਹ ਕਈ ਵਾਰ ਆਪਣੇ ਬਿਆਨਾਂ ਦੇ ਕਾਰਨ ਸੁਰਖੀਆਂ ਬਟੋਰ ਚੁੱਕੇ ਨੇ. ਇਸ ਤੋਂ ਪਹਿਲਾਂ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਆਪਣੇ ਦੋਸਤ ਦੇ ਘਰੋਂ ਭੂਤ ਕੱਢਿਆ. ਮੰਤਰਾਂ ਦਾ ਜਾਪ ਕਰਕੇ ਉਹਨਾਂ ਨੇ ਇਸ ਭੂਤ ਨੂੰ ਚੇਨਈ ਦੇ ਆਪਣੇ ਦੋਸਤ ਦੇ ਘਰੋਂ ਭਜਾ ਦਿੱਤਾ. ਉਹ ਇਹ ਵੀ ਮੰਨਦੇ ਨੇ ਭੂਤਾਂ ਦੀ ਹੋਂਦ ਹੁੰਦੀ ਹੈ. ਇਸ ਮਾਮਲੇ ਦੇ ਕਾਰਨ ਉਹ ਕਾਫੀ ਚਰਚਾ ਦੇ ਵਿੱਚ ਰਹੇ ਸਨ. ਇੰਨਾ ਹੀ ਨਹੀਂ, ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਕਿ ਮੌਤ ਜਿਹੜੀ ਹੈ ਭੁੱਖੇ ਰਹਿਣ ਕਾਰਨ ਨਹੀਂ, ਸਗੋਂ ਜ਼ਿਆਦਾ ਖਾਣਾ ਖਾਣ ਕਾਰਨ ਹੁੰਦੀ ਹੈ. You must realize nobody dies in this world out of hunger. People are dying because of overeating. If you can maintain fast, you will have better control of yourself. ਕਾਬਿਲੇ ਗੌਰ ਹੈ ਕਿ ਉਹੀ ਸੰਸਥਾ ਜਿਸ ਵਿੱਚ ਰੈਗਿੰਗ ਦਾ ਮੁੱਦਾ ਕਾਫੀ ਗਰਮਾਇਆ ਸੀ ਤੇ ਇਸ ਮੁੱਦੇ ਦੇ ਜਗ ਜ਼ਾਹਿਰ ਹੋਣ ਤੋਂ ਬਾਅਦ 10 ਵਿਦਿਆਰਥੀਆਂ ਨੂੰ 6 ਮਹੀਨੇ ਦੇ ਲਈ ਮੁਅੱਤਲ ਕਰ ਦਿੱਤਾ ਗਿਆ ਸੀ. ਅਜਿਹੇ ਦੇ ਵਿੱਚ ਹੁਣ ਸੰਸਥਾ ਦੇ ਡਾਇਰੈਕਟਰ ਦੇ ਵੱਲੋਂ ਇਹ ਬਿਆਨ ਦੇਣਾ ਨਵੀਂ ਚਰਚਾ ਦਾ ਵਿਸ਼ਾ ਛਿੜ ਚੁੱਕਾ ਹੈ. ਮੰਡੀ ਤੋਂ ਸੀਮਾ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬ ਹਰਿਆਣਾ, ਹਿਮਾਚਲ. ਸੋ ਆਈਆਈਟੀ ਦੇ ਡਾਇਰੈਕਟਰ ਦੇ ਵੱਲੋਂ ਇਸ ਤਰੀਕੇ ਦਾ ਬਿਆਨ ਦੇਣਾ ਕਿ ਮਾਸਾਹਾਰੀ ਹੋਣ ਦੇ ਕਾਰਨ ਜਾਂ ਜਾਨਵਰ ਤੇ ਜੋ ਤਸ਼ੱਦਦ ਤੁਸੀਂ ਢਾਈ ਹੈ ਉਸ ਦੇ ਕਾਰਨ ਹੀ ਕੁਦਰਤੀ ਆਪਦਾ ਹੈ, ਇਹ ਕਿੰਨਾ ਕੁ ਜਾਇਜ਼ ਹੈ, ਇਸ ਉੱਤੇ ਹੀ ਗੱਲ ਕਰਾਂਗੇ. ਆਸਥਾ ਤੇ ਆਫਤ ਦਾ ਕੀ ਕਨੈਕਸ਼ਨ ਹੈ, ਇਹ ਸਮਝ ਨਹੀਂ ਆਉਂਦੀ ਕਿਉਂਕਿ ਸਾਇੰਸ ਯੁੱਗ ਇਸ ਵੇਲੇ ਇੰਨੀ ਤਰੱਕੀ ਕਰ ਗਿਆ, ਭਾਰਤ ਇੰਨੀ ਤਰੱਕੀ ਕਰ ਗਿਆ. ਸੋ ਸਿਰਫ ਭਾਰਤ ਹੀ ਨਹੀਂ, ਕਈ ਵਿਕਸਿਤ ਦੇਸ਼ ਨੇ ਜਿਨ੍ਹਾਂ ਦਾ ਕਾਰੋਬਾਰ ਹੀ ਇਸ ਤੇ ਟਿਕਿਆ, ਇਕਨੋਮੀ ਹੀ ਇਸ ਤੇ ਟਿਕੀ ਹੋਇਆ. ਉਹਨਾਂ ਦੇਸ਼ਾਂ ਦੇ ਵਿੱਚ ਕਿਉਂ ਭੂਚਾਲ ਨਹੀਂ ਆਉਂਦੇ, ਕਿਉਂ ਇੱਦਾਂ ਦੀਆਂ ਕੁਦਰਤੀ ਆਫਤਾਵਾਂ ਮਾਸਾਹਾਰੀ ਹੋਣ ਦੇ ਕਾਰਨ ਕਿਉਂ ਨਹੀਂ ਆਉਂਦੀਆਂ, ਇਹ ਸਵਾਲ ਜ਼ਿਹਨ ਦੇ ਵਿੱਚ ਸਭ ਦੇ ਘੁੰਮਦਾ ਹੈ. ਜੇਕਰ ਤੁਸੀਂ ਵੀ ਇਸ ਮੁੱਦੇ ਦੇ ਉੱਤੇ ਆਪਣੀ ਰਾਏ ਜਾਂ ਕੋਈ ਗੱਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹੇਠ ਲਿਖੇ ਨੰਬਰਾਂ ਦੇ ਉੱਤੇ ਫੋਨ ਕਰ ਸਕਦੇ ਹੋ. ਸੋ ਸਵਾਲ ਅੱਜ ਦੇ ਜਿਹੜੇ ਰਹਿਣਗੇ ਉਸ ਉੱਤੇ ਅਸੀਂ ਚਾਨਣਾ ਪਾ ਲੈਣੇ ਕਿ ਮੀਟ ਖਾਣ ਦੇ ਨਾਲ ਹੜ੍ਹ ਆਏ ਤੇ ਪਹਾੜ ਡਿੱਗੇ ਨੇ. ਜੋ ਇਹ ਬਿਆਨ ਦਿੱਤਾ ਗਿਆ ਹੈ ਡਾਇਰੈਕਟਰ ਦੇ ਵੱਲੋਂ, ਉਹ ਬੜਾ ਬੇਤੁਕਾ ਬਿਆਨ ਹੈ. ਇਸ ਉੱਤੇ ਅਸੀਂ ਚਰਚਾਵਾਂ ਕਰਾਂਗੇ. ਸੋ ਅੱਜ ਦੇ ਸਵਾਲ ਜਿਹੜੇ ਰਹਿਣਗੇ ਜਿਨ੍ਹਾਂ ਦੇ ਉੱਤੇ ਤੁਸੀਂ ਆਪਣੇ ਰਾਏ ਦੇ ਸਕਦੇ ਹੋ ਕਿ ਮਾਸ ਖਾਣ ਦੇ ਨਾਲ ਹਿਮਾਚਲ ਦੇ ਵਿੱਚ ਆਫਤ ਆਈ ਹੈ, ਆਸਥਾ ਤੇ ਆਫਤ ਦਾ ਕੀ ਕਨੈਕਸ਼ਨ ਹੈ. ਆਖਿਰਕਾਰ ਜੋ ਗੱਲਾਂ ਇਹਨਾਂ ਨੇ ਕਹੀਆਂ ਕਿ ਉਹ ਸਹੀ ਨੇ, ਕਿ ਤੁਸੀਂ ਆਈਆਈਟੀ ਦੇ ਡਾਇਰੈਕਟਰ ਦੇ ਬਿਆਨ ਦੇ ਨਾਲ ਸਹਿਮਤ ਹੋ, ਤੁਹਾਨੂੰ ਕੀ ਲੱਗਦਾ ਕਿ ਜੋ ਕੁਝ ਉਹਨਾਂ ਨੇ ਕਿਹਾ ਉਹ ਸਹੀ ਹੈ. ਚੰਦ ਤੇ ਪਹੁੰਚ ਚੁੱਕੇ ਭਾਰਤ ਦੇ ਵਿੱਚ ਕੀ ਅਜੇ ਅੰਧ ਵਿਸ਼ਵਾਸ ਦੀ ਕੋਈ ਥਾਂ ਹੈ? ਵਿਕਸਿਤ ਦੇਸ਼ ਮਾਸ ਦੀ ਵਰਤੋਂ ਦੇ ਬਾਵਜੂਦ ਕੁਦਰਤੀ ਕਰੋਪੀਆਂ ਤੋਂ ਕਿਉਂ ਪਰੇ ਨੇ? ਕਿ ਉੱਥੇ ਮਾਸ ਖਾਣ ਦੇ ਨਾਲ ਭੁਚਾਲ ਨਹੀਂ ਆਉਂਦੇ? ਸੋ ਇਹ ਸਾਰੇ ਸਵਾਲ ਜਿਨ੍ਹਾਂ ਦੇ ਉੱਤੇ ਅੱਜ ਗੱਲਬਾਤ ਕਰਾਂਗੇ. ਸੋ ਇਹ ਬਿਆਨ ਜਿਸ ਤੋਂ ਬਾਅਦ ਉਹ ਚਰਚਾਵਾਂ ਦੇ ਵਿੱਚ ਵੀ ਨੇ, ਤੁਹਾਨੂੰ ਇਹ ਦੱਸ ਦਈਏ ਕਿ ਇਹ ਜਿਹੜੇ ਡਾਇਰੈਕਟਰ ਸਾਹਿਬ ਨੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਇਹਨਾਂ ਨੇ ਬਿਆਨ ਦਿੱਤੇ ਜਿਨ੍ਹਾਂ ਦੇ ਕਾਰਨ ਚਰਚਾ ਦੇ ਵਿੱਚ ਸਨ. ਇਹ ਕਹਿੰਦੇ ਸਨ ਕਿ ਇੱਕ ਵਾਰੀ ਮੇਰੇ ਦੋਸਤ ਦੇ ਘਰ ਭੂਤ ਆਇਆ ਤੇ ਮੈਂ ਮੰਤਰ ਫੂਕੇ ਤੇ ਉਸ ਤੋਂ ਬਾਅਦ ਚੋਂ ਭੂਤ ਉੱਥੋਂ ਨਿਕਲ ਗਿਆ. ਅਜਿਹੀਆਂ ਗੱਲਾਂ ਅੱਜ ਦੇ ਟਾਈਮ ਵਿੱਚ ਵਿਸ਼ਵਾਸ ਕਰਨੀਆਂ ਬੜੀਆਂ ਮੁਸ਼ਕਿਲ ਹੁੰਦੀਆਂ ਨੇ. ਔਰ ਇਹ ਵੀ ਇਹਨਾਂ ਨੇ ਗੱਲ ਆਖੀ ਸੋ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਬਹੁਤ ਹੀ ਮੁਸ਼ਕਿਲ ਹੈ. ਸੋ ਕਦੀ ਭੂਤ ਭਜਾ ਦੇਣਾ, ਜੇਕਰ ਉਹ ਇੰਨੇ ਪੜ੍ਹੇ ਲਿਖੇ ਨੇ ਤਾਂ ਭੂਤਾਂ ਦੇ ਵਿੱਚ ਵਿਸ਼ਵਾਸ ਕਿਉਂ ਕਰਦੇ ਨੇ? ਦੂਜੇ ਪਾਸੇ ਇਹ ਵੀ ਤਰਕ ਦਿੰਦੇ ਨੇ ਕਿ ਭੁੱਖ ਨਾਲ ਬੰਦਾ ਨਹੀਂ ਮਰਦਾ, ਜ਼ਿਆਦਾ ਖਾ ਜਾਣ, ਜਿਹੜੇ ਜ਼ਿਆਦਾ ਖਾਂਦੇ ਨੇ ਉਹਨਾਂ ਦੇ ਨਾਲ ਮੌਤ, ਮਤਲਬ ਜ਼ਿਆਦਾ ਖਾਣਾ ਖਾਣ ਦੇ ਨਾਲ ਮੌਤ ਹੁੰਦੀ ਹੈ. ਸਾਡੇ ਨਾਲ ਇਸ ਸਮੇਂ ਇਸ ਪ੍ਰੋਗਰਾਮ ਦੇ ਵਿੱਚ ਫੋਨ ਲਾਈਨ ਜ਼ਰੀਏ ਜੁੜੇ ਹੋਏ ਨੇ ਵਿਸ਼ਵ ਬੰਧੂ ਪ੍ਰੋਫੈਸਰ ਪੀਯੂ ਦੇ, ਜ਼ੂਆਲੋਜਿਸਟ ਨੇ. ਸੋ ਉਹਨਾਂ ਦਾ ਸਵਾਗਤ ਕਰਨਾ ਚਾਹਾਂਗੇ. ਵਿਸ਼ਵ ਬੰਧੂ ਸਾਹਿਬ, ਤੁਹਾਡਾ ਸਵਾਗਤ ਕਰਨਾ ਚਾਹਾਂਗੇ ਇਸ ਸ਼ੋਅ ਦੇ ਵਿੱਚ. Thank you, ma'am. Just to make a correction, I am not a geologist, I am a geographer. ਜੀ ਠੀਕ ਹੈ ਪ੍ਰੋਫੈਸਰ ਸਾਹਿਬ. ਮੈਂ ਜੀ ਪ੍ਰੋਫੈਸਰ ਸਾਹਿਬ ਤੁਹਾਡੇ ਕੋਲੋਂ ਪੁੱਛਣਾ ਚਾਹਾਂਗੀ ਕਿ ਅੱਜ ਜਿਹੜਾ ਤਰਕ ਦਿੱਤਾ ਗਿਆ ਡਾਇਰੈਕਟਰ ਸਾਹਿਬ ਹੋਣਾ ਦੇ ਵੱਲੋਂ ਕਿ ਮਾਸ ਖਾਣ ਦੇ ਨਾਲ ਜਿਹੜੀ ਕੁਦਰਤੀ ਆਫਤ ਆਈ ਹੈ ਹਿਮਾਚਲ ਦੇ ਵਿੱਚ, ਉਹ ਸਹੀ ਹੈ? ਤੁਸੀਂ ਇਸ ਸਟੇਟਮੈਂਟ ਦੇ ਨਾਲ ਕਿੰਨੇ ਕੁ ਸਹਿਮਤ ਹੋ? मैम, इस स्टेटमेंट के साथ सहमत होना तो लाजमी है ही नहीं, पर क्योंकि मैं इस तरह के विषय का एक्सपर्ट नहीं हूं, बट एज अ सिटीजन आई कैन टेल यू दैट देयर इज नो कनेक्शन बिटवीन डिजास्टर्स एंड व्हाट वी ईट. जी यस, so I don't think I'm not sure in what context he has said it, but I don't think this is something that can be considered as a logical. जी उसमें लॉजिक तो नहीं मुझे दिख रहा है.
ਨਹੀਂ ਉਹਨਾਂ ਦਾ ਕਹਿਣਾ ਸੀ ਕਿ ਵੀ ਜੇਕਰ ਤੁਸੀਂ ਚੰਗੇ ਇਨਸਾਨ ਬਣਨਾ ਹੈ ਤਾਂ ਤੁਸੀਂ ਮਾंस ਖਾਣਾ ਛੱਡੋ। ਇਸ ਤਰਕ ਪਿੱਛੇ ਤੁਸੀਂ ਆਪਣਾ परसेप्शन ਕੀ ਮੰਨਦੇ ਹੋ? मैम, हमारी फूड चॉइसेस जो है हमारा कल्चर डिसाइड करता है, और बहुत जगहों पे लोग वेजिटेरियन हैं और नॉन वेजिटेरियन भी हैं। फूड चॉइसेस जो है वो एक इंडिविजुअल डिसीजन है जी। तो उसमें तो मुझे नहीं लगता कि हम किसी तरह से डिक्टेट कर सकते हैं कि वेजिटेरियन खाने वाला इंसान ही सही होगा। तो ये इसके साथ तो मुझे नहीं लगता कि मैं किसी भी लेवल पे सहमत हो पाऊंगा। ਠੀਕ ਹੈ, ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਪ੍ਰੋਫੈਸਰ ਸਾਹਿਬ ਜਿਹੜੀ ਟਿੱਪਣੀ ਉਹਨਾਂ ਨੇ ਕੀਤੀ ਹੈ ਇੱਥੋਂ ਤੱਕ ਕਿ ਜਿਹੜੇ ਸਟੂਡੈਂਟ ਸੀ ਉਸ ਕਾਨਫਰੰਸ ਦੇ ਵਿੱਚ ਜਾਂ ਜਿਹੜਾ ਸਮਾਗਮ ਚੱਲ ਰਿਹਾ ਸੀ ਉਸ ਦੌਰਾਨ ਇਹਨਾਂ ਨੇ ਸਹੁੰ ਵੀ ਚੁਕਾਏ ਕਿ ਉੱਥੋਂ ਤੱਕ ਜਾਇਜ਼ ਸੀ ਸਟੂਡੈਂਟਸ ਨੂੰ ਕਹਿਣਾ ਕਿ ਨਹੀਂ ਤੁਸੀਂ ਮੰਨੋ ਇਸ ਚੀਜ਼ ਨੂੰ, ਤੁਹਾਡੀ ਆਪਣੀ ਪਰਸੈਪਸ਼ਨ ਹੋ ਸਕਦੀ ਹੈ ਪਰ ਤੁਸੀਂ ਇਹ ਚੀਜ਼ ਹਰ ਕਿਸੇ ਤੇ ਲਾਗੂ ਤੇ ਨਹੀਂ ਨਾ ਕਰ ਸਕਦੇ। मैम, एज अ टीचर हम बच्चों को कुछ चीजें बता सकते हैं जी, लेकिन हमारा सोचना जो है एज अ टीचर मेरा काम है उनको सही नॉलेज देना। जी, लेकिन वो नॉलेज का वो क्या करते हैं वो उनका डिसीजन है, मैं उनके ऊपर अपने विचार थोप नहीं सकता हूँ। क्योंकि एज अ टीचर मेरा ये मानना है कि हम बच्चों को सिर्फ सोचने समझने और आर्ग्यू और लॉजिक की क्षमता दे सकते हैं, जी, उनके ऊपर हम अपने विचार नहीं थोप सकते हैं। जी। तो इस तरह का तो एज अ टीचर मैं कभी भी अग्री नहीं करूंगा किसी भी इंसान के साथ कि वो अपने विचारों को स्टूडेंट्स के ऊपर थोपे। ਤੁਸੀਂ ਆਸਥਾ ਤੇ ਆਫਤ ਦਾ ਕੋਈ ਕਨੈਕਸ਼ਨ ਮੰਨਦੇ ਹੋ? ਇਸ ਬਿਆਨ ਦੇ ਮੁਤਾਬਿਕ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਇਹ ਡਿਜ਼ਾਸਟਰ ਸੀ ਹਿਮਾਚਲ ਦਾ ਉਸ ਦੇ ਨਾਲ ਵੈਜੀਟੇਰੀਅਨਸ ਜਾਂ ਨਾਨ ਵੈਜੀਟੇਰੀਅਨਸ ਨੂੰ ਜੋੜਿਆ ਜਾਵੇ? ਕੁਝ ਲੱਗਦਾ ਤੁਹਾਨੂੰ ਇਸ ਗੱਲ ਦੇ ਵਿੱਚ ਕੁਝ ਹੈ, ਕੁਝ ਸੋਲਿਡ ਚੀਜ਼? नहीं मैम, फूड हैबिट्स के साथ तो नहीं है, बट हाँ अगर मैं एक वाइडर कॉन्टेक्स्ट में एज ए एनवायरमेंटलिस्ट बात करूं तो जो लाइफ फॉर्म्स हैं नेचुरल एनवायरनमेंट में जो रहते हैं वो उनको अगर हम किल करते हैं, जो वाइल्ड एनिमल्स हैं, वाइल्ड लाइफ है, तो उससे हमारा ओवरऑल एनवायरनमेंट पे इफेक्ट पड़ता है। लेकिन नॉन वेजिटेरियन खाने से डिजास्टर हो ये पॉसिबल नहीं है। ਕਾਫੀ ਸਟੱਡੀ ਕੀਤੀ ਹੈ, ਤੁਸੀਂ ਜਾਣਦੇ ਵੀ ਹੋ, ਸੋ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਜਿਹੜੀਆਂ ਧਿਆਨ ਦੇ ਵਿੱਚ ਵੀ ਆਈਆਂ ਹੋਣਗੀਆਂ। ਤੁਸੀਂ ਅਸਲ 'ਚ ਕੀ ਮੰਨਦੇ ਹੋ ਇਹ ਜੋ ਕੁਝ ਵੀ ਜਿਹੜੀ ਕੁਦਰਤੀ ਆਫਤ ਆਈ ਹੈ ਬੀਤੇ ਮਹੀਨੇ ਹਿਮਾਚਲ ਦੇ ਲੋਕਾਂ ਨੇ ਜੋ ਕੁਝ ਝੇਲਿਆ उस पीछे असल वजह की सी? देखिए ये बहुत एक्सपेक्टेड था इस तरह का डिजास्टर हिमाचल में होना, और उसके पीछे बहुत सारे रीजंस हैं जी। तो अगर मैं सिर्फ और सिर्फ नेचुरल कंडीशंस की बात अगर करता हूँ तो आप देखेंगे कि इस साल जो है हिमाचल क्या पूरे नॉर्दर्न रीजन में भी मार्च, अप्रैल, मई, जून में बारिश रही जी, और औसत से कहीं ज्यादा बारिश हुई। तो हिल स्लोप्स जो है उसमें ऑलरेडी ही जो मॉइस्चर कंटेंट है वो बहुत ज्यादा था जी। और मॉनसून जब आई है आप देखेंगे 7 जुलाई से लेके और 9 जुलाई तक का जो 4 दिन का जो समय था 7 से 10 पिछला जी, उसमें हाँ जी। ਸੋ ਲੱਗਦਾ ਜਿਹੜਾ ਵਿਸ਼ਵ ਬੰਧੂ ਪ੍ਰੋਫੈਸਰ ਸਾਹਿਬ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਸੰਪਰਕ ਜਿਹੜਾ ਟੁੱਟਿਆ, ਪਰ ਫਿਰ ਵੀ ਤੁਹਾਡੇ ਨਾਲ ਇਹੋ ਗੱਲ ਕਰਨਾ ਚਾਹਾਂਗੇ ਕਿ ਆਖਿਰਕਾਰ ਚੰਦ ਤੇ ਪਹੁੰਚ ਕੇ ਵੀ ਅਸੀਂ ਅਜਿਹੀਆਂ ਅੰਧ ਵਿਸ਼ਵਾਸ ਵਾਲੀਆਂ ਗੱਲਾਂ ਕਿਉਂ ਕਰ ਰਹੇ ਹਾਂ। ਸੋ ਇਹ ਸਵਾਲ ਤੁਹਾਡੇ ਤੱਕ ਵੀ ਸੀ ਕਿ ਮਾंस ਖਾਣ ਦੇ ਨਾਲ ਹਿਮਾਚਲ ਦੇ ਵਿੱਚ ਆਫਤ ਆਈ ਹੈ, ਕਿਉਂਕਿ ਜਿਹੜੇ ਮੰਡੀ IIT ਦੇ ਡਾਇਰੈਕਟਰ ਨੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਜੇਕਰ ਤੁਸੀਂ ਚੰਗੇ ਇਨਸਾਨ ਬਣਨਾ ਤਾਂ ਮਾंस ਖਾਣਾ ਛੱਡ ਦਿਓ। ਦੂਜੀ ਗੱਲ, ਹਿਮਾਚਲ ਦੇ ਵਿੱਚ ਜੋ ਤਰਾਸਦੀ ਹੋਈ ਹੈ, ਜੋ ਕੁਦਰਤੀ ਆਫਤ ਹੈ, ਉਹ ਸਭ ਦੇ ਪਿੱਛੇ ਕਾਰਨ ਜਿਹੜਾ ਹੈ ਮਾंस ਖਾਣਾ ਹੈ। ਸੋ ਕਿਤੇ ਨਾ ਕਿਤੇ ਕਨੈਕਸ਼ਨ ਜਾਪਦਾ ਨਹੀਂ ਹੈ ਕਿ ਜੁੜੇ, ਲੌਜਿਕ ਵੀ ਨਹੀਂ ਹੈ ਇਸ ਗੱਲ ਦੇ ਪਿੱਛੇ, ਪਰ ਉਹਨਾਂ ਨੇ ਕਿਸ ਕੰਟੈਕਸਟ ਦੇ ਵਿੱਚ ਇਹ ਗੱਲਾਂ ਕਹੀਆਂ ਨੇ। ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਗੱਲ ਕਰਨ ਦੇ ਲਈ ਹੀ ਅੱਜ ਅਸੀਂ ਜੁੜੇ ਹਾਂ। ਸੋ ਇਹ ਗੱਲਾਂ ਦੇ ਉੱਤੇ ਉਹ ਬਿਆਨ ਦਿੰਦੇ ਨੇ, ਪਰ ਦੂਜਾ ਬਿਆਨ ਉਹ ਇਹ ਵੀ ਦਿੰਦੇ ਨੇ ਭੂਤਾਂ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਕਿ ਮੇਰੇ ਦੋਸਤ ਦੇ ਘਰ ਭੂਤ ਆਇਆ ਸੀ ਤੇ ਮੈਂ ਉਸ ਨੂੰ ਭਜਾਉਣ ਦੇ ਲਈ ਮੰਤਰ ਫੂਕੇ ਨੇ। ਸੋ ਇਹ ਚੀਜ਼ਾਂ ਅੱਜ ਦੇ ਯੁੱਗ ਵਿੱਚ ਸੁਣਾਈ ਨਹੀਂ ਦਿੰਦੀਆਂ ਜਾਂ ਇਸ ਉੱਤੇ ਵਿਸ਼ਵਾਸ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ। ਪਰ ਇਹ ਸਵਾਲ ਤੁਹਾਡੇ ਨਾਲ ਵੀ ਨੇ, ਕਿਉਂਕਿ ਤੁਹਾਡੇ ਆਲੇ ਦੁਆਲੇ ਵੀ ਅਜੇ ਬਿਆਨ ਕੋਈ ਨਾ ਕੋਈ ਦਿੰਦਾ ਹੋਊਗਾ।
ਅੰਧ ਵਿਸ਼ਵਾਸ ਵਾਲੀਆਂ ਗੱਲਾਂ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਤਾਂ ਬਿਲਕੁਲ ਹੀ ਤਰਕਹੀਣ ਲੱਗਦਾ ਹੈ। ਸੋ ਆਸਥਾ ਦਾ ਆਫਤ ਦੇ ਨਾਲ ਕੀ ਕਨੈਕਸ਼ਨ ਹੈ? ਕਿ ਤੁਹਾਨੂੰ ਵੀ ਲੱਗਦਾ ਹੈ ਕਿ ਹਿਮਾਚਲ ਦੇ ਵਿੱਚ ਜੋ ਕੁਝ ਵੀ ਵਾਪਰਿਆ, ਕੁਦਰਤੀ ਆਫਤਾਂ ਆਈਆਂ ਨੇ, ਬੱਦਲ ਫਟੇ ਜਾਂ ਲੈਂਡਸਲਾਈਡਿੰਗ ਹੋਈ ਹੈ, ਉਸ ਸਭ ਦੇ ਪਿੱਛੇ ਸਹੀ ਕਾਰਨ ਕਿਸ ਨੂੰ ਮੰਨਦੇ ਹੋ? ਕਿ ਜਿਹੜੇ ਲੋਕ ਉੱਥੇ ਮਾंस ਖਾਂਦੇ ਨੇ ਜਾਂ ਨਾਨ ਵੈਜੀਟੇਰੀਅਨ ਨੇ, ਕਿ ਉਹਨਾਂ ਦੇ ਕਾਰਨ ਉੱਥੇ ਇਹ ਤਰਾਸਦੀ ਆਈ ਹੈ ਕਿ ਉਹ ਲੋਕ ਵੀ ਚਾਹੁੰਦੇ ਸਨ ਕਿ ਉਹਨਾਂ ਦੇ ਹਿਮਾਚਲ ਦੇ ਵਿੱਚ ਅਜਿਹੀਆਂ ਆਪਦਾਵਾਂ ਜਿਹੜੀਆਂ ਆਉਣ, ਮੁਸ਼ਕਿਲ ਦੇ ਵਿੱਚ ਪੈਣ? ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਦੇਸ਼ ਜਿਹੜੇ ਨੇ ਇਕਨੋਮੀ ਦੇ ਵਿੱਚ ਸਭ ਤੋਂ ਅੱਗੇ ਨੇ ਤੇ ਉਹਨਾਂ ਦਾ ਜਿਹੜਾ ਕੰਜ਼ਿਊਮ ਹੈ, ਜਿਹੜਾ ਉਹ ਮੀਟ ਦੀ ਵਰਤੋਂ ਕਰਦੇ ਨੇ, ਕੰਜ਼ੰਪਸ਼ਨ ਹੈ, ਉਹ ਸਭ ਤੋਂ ਉੱਤੇ ਹੈ। ਚੀਨ ਸਭ ਤੋਂ ਪਹਿਲੇ ਜੇਕਰ ਹੈ ਤਾਂ ਉਹ ਸਾਲ ਦੇ ਵਿੱਚ 97 ਮਿਲੀਅਨ ਟਨ ਤੋਂ ਜ਼ਿਆਦਾ ਜਿਹੜਾ ਮੀਟ ਦੀ ਵਰਤੋਂ ਕਰਦੇ ਨੇ। ਚੀਨ, ਅਮਰੀਕਾ, ਬ੍ਰਾਜ਼ੀਲ ਇਹ ਉਹ ਦੇਸ਼ ਨੇ ਜਿਹੜੇ ਵਿਕਸਿਤ ਹੋ ਚੁੱਕੇ ਨੇ। ਸੋ ਉਹ ਦੇਸ਼ ਡਿਵੈਲਪਮੈਂਟ ਤੇ ਡਿਵੈਲਪ ਦੇਸ਼ਾਂ ਦੇ ਵਿੱਚ ਕਿ ਉੱਥੇ ਮਾंस ਦਾ ਸੇਵਨ ਕਰਨ ਦੇ ਨਾਲ ਕੀ ਕੋਈ ਕੁਦਰਤੀ ਆਫਤ ਨਹੀਂ ਆਉਂਦੀ? ਸੋ ਇਹ ਚੀਜ਼ਾਂ ਜਿਹੜੀਆਂ ਨੇ ਪਰੇਸ਼ਾਨ ਕਰਦੀਆਂ ਨੇ। ਆਖਿਰਕਾਰ ਇਹ ਅਜੇ ਬਿਆਨ ਸਾਡੇ ਨਾਲ ਇਸ ਵੇਲੇ ਫੋਨ ਲਾਈਨ ਜ਼ਰੀਏ ਫਿਰ ਤੋਂ ਜੁੜ ਚੁੱਕੇ ਨੇ ਵਿਸ਼ਵ ਬੰਧੂ ਪ੍ਰੋਫੈਸਰ ਪੀਯੂ ਦੇ। ਪ੍ਰੋਫੈਸਰ ਸਾਹਿਬ, ਇੱਕ ਵਾਰ ਫਿਰ ਤੋਂ ਆਪਣੇ ਉਸੇ ਵਿਸ਼ੇ ਤੇ ਆਉਂਦੇ ਆ। ਤੁਸੀਂ ਗੱਲ ਕਰ ਰਹੇ ਸੀ ਹਿਮਾਚਲ ਦੀ, ਹਿਮਾਚਲ ਦੇ ਵਿੱਚ ਜੋ ਆਪਦਾਵਾਂ ਆਈਆਂ ਉਸ ਦਾ ਕਨੈਕਸ਼ਨ ਸਮਝਣ ਦੀ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਆਖਿਰਕਾਰ ਉਸ ਆਪਦਾਵਾਂ ਦੇ ਪਿੱਛੇ ਨਾਨ ਵੈਜੀਟੇਰੀਅਨ ਹੋਣਾ ਕੀ ਇਹ ਸੱਚ ਹੈ ਜੋ ਤਰਕ ਦਿੱਤਾ ਗਿਆ? ਤੁਹਾਨੂੰ ਕੀ ਲੱਗਦਾ ਕਿ ਉਹ ਜੋ ਕੁਝ ਵੀ ਹੋਇਆ ਬੀਤੇ 1 ਮਹੀਨੇ, ਹਿਮਾਚਲ ਵਾਸੀ ਜਿਹੜੇ ਨਾਨ ਵੈਜੀਟੇਰੀਅਨ ਨੇ, ਕਿ ਉਹ ਚਾਹੁੰਦੇ ਸੀ कि उन्होंने नाल ये सब कुछ वापरे? देखिए, कोई भी इंसान नहीं चाहता कि उसके साथ किसी भी तरह का डिजास्टर आए। उसका जो है उसके खाने से, खान पान से कोई लेना देना नहीं है जी। डिजास्टर जो है हिमाचल में, और इनफैक्ट इस साल अगर आप देखेंगे तो सिर्फ हिमाचल ही नहीं है, दुनिया की सारी कंट्रीज हैं। आजकल भी आप देखेंगे चाइना है, यूरोपियन कंट्रीज है, अमेरिका है। इस साल वहां पे भी बहुत फ्लैश फ्लडिंग्स हुई हैं, फॉरेस्ट फायर्स बहुत हुई हैं। तो इसका जो है खाने पीने से कोई लेना देना नहीं है, ये सिर्फ जो है नेचुरल प्रोसेसेस हैं। वो जब नेचुरल प्रोसेसेस जब इंसानों द्वारा बनाई गई किसी भी चीज के साथ एनकाउंटर में आते हैं तो वो डिजास्टर क्रिएट करते हैं जी। और हम वापिस आते हैं हिमाचल के केस में। वो ज्यादा हुआ है 800। तो ऐसे सिचुएशन में जो है कोई भी किसी भी तरह के पहाड़ जो हैं उनका गिरना बहुत लाजमी है जी। हाँ, उसमें जो है हमने सिर्फ ये कंट्रीब्यूट जरूर किया है कि हमने जितना कंस्ट्रक्शन किया है हिमाचल में और हिली एरियाज में, हाँ जी, जो मैग्नीट्यूड है वो बहुत ज्यादा है। और कोई किसी भी तरह के स्ट्रक्चर जो है जब हम हिल स्लोप से बनाते हैं जो कि नेचुरली दे आर प्रोन टू स्लो फेल्यूर, तो हम और कंडीशंस क्रिएट करते हैं जिसकी वजह से स्लोप्स जो है वो नीचे गिर जाती हैं और बिल्डिंग्स भी जो है उसकी चपेट में आती हैं। ठीक है। तो उस हिसाब से जो है ये जो है मतलब नेचुरल प्रोसेसेस और जो एंथ्रोपोजेनिक एक्टिविटीज हैं, जब वो दोनों आपस में मिल जाती हैं तो डिजास्टर क्रिएट करती हैं और ये आगे भी करेंगे। ठीक है प्रोफेसर साहब, क्योंकि ये फोन इन शो है, इस समय ਸਾਡੇ ਨਾਲ ਕੁਝ ਦਰਸ਼ਕ ਵੀ ਜੁੜੇ ਹੋਏ ਨੇ, ਸੋ ਉਹ ਵੀ ਆਪਣੇ ਵਿਚਾਰ ਇਸ ਮੁੱਦੇ ਦੇ ਉੱਤੇ ਰੱਖਣਾ ਚਾਹੁੰਦੇ ਨੇ, ਉਹਨਾਂ ਨੂੰ ਵੀ ਸ਼ਾਮਿਲ ਕਰ ਲੈਣੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੁਸੀਂ? ਹਾਂਜੀ, ਮੈਂ ਫਤਿਹਗੜ੍ਹ ਸਾਹਿਬ ਤੋਂ ਬੋਲ ਰਿਹਾ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਤੁਹਾਨੂੰ ਲੱਗਦਾ ਹੈ ਕਿ ਆਸਥਾ ਤੇ ਆਫਤ ਦਾ ਕੋਈ ਕਨੈਕਸ਼ਨ ਹੋ ਸਕਦਾ ਹੈ? ਹਾਂਜੀ ਹਾਂਜੀ, ਬਿਲਕੁਲ ਜੀ, ਹੋ ਸਕਦਾ ਜੀ। ਤੇ ਕੋਈ ਮਾਸ ਖਾਣ ਨਾਲ ਪੈਂਦਾ ਹੀ ਫਰਕ। ਇਹ ਆਪਾਂ ਜਿੰਨੇ ਜਾਨਵਰ ਧਰਤੀ ਤੇ ਆਉਂਦੇ ਆ ਸਾਰਿਆਂ ਨੂੰ ਆਪਣੇ ਤਰ੍ਹਾਂ ਜਿਉਣੇ ਦਾ ਹੱਕ ਹੈ ਜੀ, ਬਰਾਬਰ। ਆਪਾਂ ਕਿਸੇ ਦੀ ਜਾਨ ਲੈਣੀ ਆ ਉਹਦਾ ਪਾਪ ਤਾਂ ਹੁੰਦਾ ਹੀ ਹੈ ਜੀ। ਨਹੀਂ ਨਹੀਂ, ਇਹ ਗੱਲ ਠੀਕ ਹੈ, ਕਿਸੇ ਨੂੰ ਮਾਰਨਾ ਬਿਲਕੁਲ ਗੁਨਾਹ ਹੈ, ਉਸ ਨੂੰ ਮਾਰਨਾ ਨਹੀਂ ਚਾਹੀਦਾ, ਬੇਜ਼ੁਬਾਨ ਨੇ। ਪਰ ਕੀ ਤੁਸੀਂ ਇਸ ਤਰਕ ਨਾਲ ਪੂਰੀ ਤਰ੍ਹਾਂ ਸਹਿਮਤ ਹੋ ਕਿ ਮਾਸਾਹਾਰੀ ਹੋਣ ਦੇ ਕਾਰਨ ਪੈਂਦਾ ਜੀ ਫਰਕ ਇਹਨਾਂ ਚੀਜ਼ਾਂ ਦਾ? ਬਿਲਕੁਲ ਪੈਂਦਾ ਜੀ। ਮਾਸਾਹਾਰੀ ਹੋਣ ਨਾਲ ਤੁਸੀਂ ਮੰਨਦੇ ਹੋ ਕਿ ਬੱਦਲ ਫਟਦੇ ਨੇ? ਹਾਂ ਜੀ, ਹਾਂ ਜੀ, ਬਿਲਕੁਲ ਪੈਂਦਾ ਜੀ ਇਹਨਾਂ ਚੀਜ਼ਾਂ ਦਾ ਫਰਕ। ਸ਼ੁਕਰੀਆ। ਇੱਕ ਹੋਰ ਕਾਲਰ ਸਾਡੇ ਨਾਲ ਬਣੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂ ਮੈਡਮ, ਨਮਸਕਾਰ, ਬਲੋਰ ਤੋਂ ਬੋਲ ਰਿਹਾ ਸੀ ਮੈਡਮ। ਹਾਂਜੀ ਨਮਸਕਾਰ ਜੀ, ਕੀ ਨਾਮ ਹੈ ਤੁਹਾਡਾ? ਹਾਂ, ਦਰਸ਼ਨ ਕੁਮਾਰ ਮੈਡਮ। ਦਰਸ਼ਨ ਕੁਮਾਰ ਜੀ, ਤੁਹਾਨੂੰ ਲੱਗਦਾ ਆਸਥਾ ਤੇ ਆਫਤ ਦਾ ਕਨੈਕਸ਼ਨ ਕੀ ਮਤਲਬ ਮਾंस ਖਾਣ ਦੇ ਨਾਲ ਜਿਹੜੇ ਮਾਸਾਹਾਰੀ ਲੋਕ ਨੇ ਹਿਮਾਚਲ ਦੇ ਵਿੱਚ ਰਹਿੰਦੇ ਨੇ, ਸੋ ਉਹਨਾਂ ਦੇ ਕਾਰਨ ਜਾਂ ਮਾंस ਖਾਣ ਦੇ ਨਾਲ ਬੱਦਲ ਫਟ ਸਕਦੇ ਨੇ, ਲੈਂਡਸਲਾਈਡਿੰਗ ਹੋ ਸਕਦੀ ਹੈ?
ਬਿਲਕੁਲ ਮੈਡਮ, ਬਿਲਕੁਲ ਗਲਤ ਗੱਲ ਹੈ ਇਹ, ਬਿਲਕੁਲ। ਜੀ ਮੈਨੂੰ ਇਹ ਦੱਸੋ ਪਹਿਲਾਂ ਵੀ, ਯਾਨੀ ਕਿ ਹੁਣ ਕਹਿਣਾ ਨਹੀਂ ਚਾਹੀਦਾ ਵੀ ਜਿਹੜਾ ਮਾਸ ਹੈ ਇਹ, ਹੁਣ ਬਾਹਰਲੇ ਮੁਲਕਾਂ ਦੇ ਵਿੱਚ ਮੈਂ 3 ਮਹੀਨੇ ਆਸਟ੍ਰੇਲੀਆ ਲਾ ਕੇ ਆਇਆ ਮੈਡਮ, ਹਾਂਜੀ ਤੇ ਸਾਡਾ ਜਿਹੜਾ ਇੰਡੀਆ ਨਾ, ਹਿੰਦੁਸਤਾਨ ਹੈ, ਫਿਰ ਵੀ ਵਹਿਮ ਕਰਦਾ ਬਹੁਤ ਜ਼ਿਆਦਾ। ਜੀ ਔਰ ਆਸਟ੍ਰੇਲੀਆ ਵਿੱਚ ਮੈਡਮ ਮੈਂ ਕੀ ਦੇਖਿਆ, ਗਊਆਂ ਦਾ ਮਾਸ, ਭੇਡਾਂ ਦਾ ਮਾਸ, ਕੁੱਤਿਆਂ ਦਾ ਮਾਸ, ਬਿੱਲੀਆਂ ਦਾ ਮਾਸ, ਮੈਂ ਕਹਿੰਦਾ ਵੀ ਬਹੁਤ ਬੁਰਾ ਹਾਲ ਹੈ ਉੱਥੇ। ਜੀ ਤੇ ਸਾਡਾ ਇੰਡੀਆ ਤਾਂ ਫਿਰ ਵੀ ਬਿਲਕੁਲ ਲਾਸਟ ਤੇ ਹੈ ਹਾਂਜੀ ਵੀ ਆਪਾਂ ਇਸ ਨੂੰ ਕੋਈ ਬਿਲਕੁਲ ਆਫਤ ਨਹੀਂ ਕਹਿ ਸਕਦੇ, ਕੋਈ ਵੀ ਕੁਝ ਨਹੀਂ ਕਹਿ ਸਕਦੇ। ਇਹ ਤਾਂ ਕੁਝ ਠੀਕ ਹੈ, ਜਿਹੜੀ ਕੁਦਰਤੀ ਆਫਤ ਆਈ ਹੈ ਇਹ ਪਰਮਾਤਮਾ ਵੱਲੋਂ ਆਈ ਹੈ। ਵੀ ਆਪਾਂ ਕਹੀਏ ਨਾ ਮਾਸ ਖਾਣ ਨਾਲ ਇਹ ਜਿਹੜੇ ਸਾਡੇ ਰੈਕਟਰ ਗੱਲਾਂ ਕਰਕੇ ਨਾ, ਇਹ ਯਾਨੀ ਕਿ ਮੈਂ ਤੁਹਾਨੂੰ ਪੰਜਾਬੀ ਸਮਝਾਵਾਂਗਾ, ਇਹ ਗੱਲਾਂ ਹੈਗੀਆਂ ਬੇਤੁਕੀਆਂ ਬਿਲਕੁਲ। ਅੰਗਰੇਜ਼ੀ ਚ ਇੰਨਾ ਵੱਡਾ ਭਾਸ਼ਣ ਦਿੱਤਾ ਹੈ ਔਰ ਗੱਲਾਂ ਕਿਹੋ ਜਿਹੇ ਕਰ ਗਏ, ਇਹ ਅਨਪੜ੍ਹ ਵੀ ਗੱਲਾਂ ਕਰ ਗਏ ਹੈ। ਵੀ ਮੈਂ ਕਹਿੰਦਾ ਬਿਲਕੁਲ ਇਸ ਨਾਲ ਕੋਈ ਕਿਹਦਾ ਕਨੈਕਸ਼ਨ ਹੈ ਹੀ ਨਹੀਂ ਮੈਡਮ, ਬਿਲਕੁਲ। ਠੀਕ ਹੈ ਕਿਉਂਕਿ ਮੈਂ ਦੇਖਿਆ 3 ਮਹੀਨੇ ਮੈਂ ਲਾ ਕੇ ਆਇਆ ਉੱਥੇ ਆਸਟ੍ਰੇਲੀਆ ਦੇ ਵਿੱਚ, ਵੀ ਉੱਥੇ ਯਾਨੀ ਕਿ ਸਾਡੇ ਤਾਂ ਫਿਰ ਵੀ ਵਹਿਮ ਕਰਦੇ ਆ ਵੀ ਸਾਡੀ ਗਊ ਮਾਤਾ ਹੈ ਉਹ ਹੈ, ਉੱਥੇ ਤਾਂ ਮੈਡਮ ਵਿਹੜੇ ਦੇ ਵਿੱਚ ਗਊਆਂ ਨੂੰ ਵੱਢਦੇ ਆ ਉਹ, ਜੀ ਵੀ ਉੱਥੇ ਆਫਤ ਨਹੀਂ ਆ ਸਕਦੀ। ਇਹ ਬਿਲਕੁਲ ਗਲਤ ਗੱਲ ਹੈ, ਇਹਦਾ ਕੋਈ ਕਨੈਕਸ਼ਨ ਨਹੀਂ ਮੈਡਮ, ਬਿਲਕੁਲ। ਠੀਕ ਹੈ ਠੀਕ ਹੈ, ਆਪਣੀ ਰਾਏ ਰੱਖਣ ਦੇ ਲਈ ਦਰਸ਼ਨ ਜੀ ਸ਼ੁਕਰੀਆ। ਸੋ ਇਹ ਅੱਜ ਦਾ ਸਵਾਲ, ਮਤਲਬ ਇਸ ਨੂੰ ਸਮਝਣਾ ਤੇ ਇਸ ਬਿਆਨ ਨੂੰ ਪਹੁੰਚਾਉਣਾ ਬਹੁਤ ਔਖਾ ਹੈ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਖਾਸ ਮਹਿਮਾਨ ਪ੍ਰਵੀਨ ਸ਼ਰਮਾ ਪੰਡਿਤ ਜੀ ਇਸ ਵੇਲੇ ਬਣੇ ਹੋਏ ਨੇ। ਪੰਡਿਤ ਜੀ ਸਵਾਗਤ ਕਰਨਾ ਚਾਹਾਂਗੇ ਤੁਹਾਡਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਤੇ। ਨਮਸਕਾਰ ਜੀ। ਪੰਡਿਤ ਜੀ ਤੁਹਾਡੇ ਕੋਲ ਹੀ ਪੁੱਛਣਾ ਚਾਹਾਂਗੀ, ਜੋ ਬਿਆਨ IIT ਦੇ ਡਾਇਰੈਕਟਰ ਉਹਨਾਂ ਦੇ ਵੱਲੋਂ ਦਿੱਤਾ ਗਿਆ, ਤੁਸੀਂ ਉਸ ਨਾਲ ਕਿੰਨੇ ਕੁ ਸਹਿਮਤ ਹੋ? ਤੁਹਾਨੂੰ ਕੀ ਲੱਗਦਾ ਹੈ ਕਿ ਜੋ ਕੁਝ ਵੀ ਉਹਨਾਂ ਨੇ ਕਿਹਾ ਤੁਸੀਂ ਉਹਨੂੰ ਸੱਚ ਮੰਨਦੇ ਹੋ? देखिए सारे ज्ञान हम लोगों को देखना पड़ेगा। हिमाचल प्रदेश में जो प्राकृतिक आपदा है वो 24 जून से शुरू हुई, और जो पहली सबसे बड़ी बारिश हुई वो 8 और 9 तारीख से शुरू हुई, और जो दूसरी बार जो बारिश हुई वो 13 से लेकर 15 तारीख के बीच में हुई। और इस सारी प्राकृतिक आपदा में लगभग 340 से ज्यादा लोगों के मृत्यु से कह सकते हैं, और लगभग 15,000 लोगों से ज्यादा हिमाचल प्रदेश को जाना पड़ा। जिस समय हिमाचल प्रदेश में प्राकृतिक आपदा आ रही थी या हो रही थी, उसमें लोगों के अलग अलग मत थे। कुछ लोगों को लगता था कि ये देवताओं की नाराजगी है, कुछ लोगों को लगता है कि नहीं नहीं ये देवताओं की नाराजगी नहीं है, ये जो अनसाइंटिफिक हिमाचल प्रदेश में विकास हो रहा है उसकी वजह से हिमाचल प्रदेश की बहुत बड़ी प्राकृतिक आपदा है। और कुछ लोगों को लग रहा था कि नहीं नहीं ये जो सारा का सारा है ये मौसम का परिवर्तन है, जिसकी वजह से हिमाचल प्रदेश में सबसे प्राकृतिक आपदा है। हर व्यक्ति का अलग अलग मत है इसके बारे में। अब कुछ लोगों को, कुल्लू वाले लोगों को लगता था कि ये हिडिंबा का बहुत बड़ा प्रकोप है। कुछ लोगों ने यहाँ तक कहा कि जो बिजली महादेव है, बिजली महादेव को जो रोप वे बन रहा है उससे बिजली महादेव अप्रसन्न है, और उसकी वजह से ये प्राकृतिक आपदा कुल्लू में आई, जिसकी वजह से बहुत बड़ा मास डिस्ट्रक्शन हिमाचल प्रदेश में है। तो हर व्यक्ति का अपना अपना मत है। ऐसे में जो प्रोफेसर लक्ष्मीधर बेहरा, इन्होंने भी जो 24 तारीख को था, अगर उनका पहला वाला बयान सुने तो उन्होंने कहा था कि मास डिस्ट्रक्शन के अंदर जो है हम लोग IIT मंडी जो है हिमाचल प्रदेश सरकार की मदद कर सकता था। एक साइंटिफिक व्यक्ति ने जिस तरह की बात करनी थी उन्होंने की। परंतु कल भी जब मैंने उनका बयान सुना तो मुझे लक्ष्मीधर बेहरा के ऊपर मुझे लगा कि कुछ भी कहने से पहले मैं इस व्यक्ति के बारे में पूरी तरह से पता कर लेता हूँ ये व्यक्ति ऐसा है। जब मैंने इनके बारे में पूरी तरह से पता किया तो ये व्यक्ति सनातन धर्म के वैष्णव मत के बहुत बड़े प्रशंसक हैं, उनको मानने वाले हैं, और विष्णु भगवान की भक्ति में लीन रहने वाले हैं जी। अगर आप मत को देखें, वैष्णव मत को देखें, तो वो मांसाहार को पूरी तरह से निषेध करता है। मांसाहार के प्रति उनका रवैया बिल्कुल विपरीत है। उनका मानना है अगर कोई व्यक्ति मांसाहार करता है तो व्यक्ति अच्छा नहीं हो सकता है, वो समाज अपनी पंडित जी ठीक है। मैं सिर्फ थोड़े को ये पूछना चाहनी हाँ, जो उन्होंने कहा कि कुदरती आपदावां दा कारण नॉन वेजिटेरियन होना है या मांस खान दे बराबर है, ये तुसी दसो कि की कनैक्शन है? आफत ते आस्था दा की कनैक्शन है? मैं थोड़े को ये पूछ रही थी। उसी बात को पूरा करना चाहता हूँ। अब उन्होंने क्या कहा? उन्होंने ये कहा कि उनके अनुसार जो है कि मांसाहार, एग्जैक्टली शब्द ये लिखा उनका ये था कि पशुओं के प्रति हिमाचल प्रदेश में जो क्रूरल्टी हो रही है उसकी वजह से प्राकृतिक आपदा हो सकती है या आने वाले समय में बहुत ज्यादा स्तर के ऊपर होगी। अब हिमाचल प्रदेश के, मुझे लगता है कि प्रोफेसर लक्ष्मीधर बेहरा जी को हिमाचल प्रदेश के बारे में पूरी तरह से ज्ञान ही नहीं था। हिमाचल प्रदेश में वैष्णव मत को मानने वाले लोग बहुत कम है। हिमाचल प्रदेश में माना जाता है शिव और शक्ति को।
और शिव और शक्ति में जो मांसाहार है, जहाँ बलि प्रथा है, वो पूरी तरह से विपरीत वैष्णव मत से उसका मत है। हिमाचल प्रदेश में सांप यज्ञ होता है, हिमाचल प्रदेश में बूढ़ा यज्ञ होता है, जहाँ पे हजारों की संख्या में पशुओं की बलि दी जाती है। उसकी वजह से हिमाचल प्रदेश में प्राकृतिक आपदा नहीं आती है। अब आपके प्रश्न का जो उत्तर था वो ये है, मांसाहार से मुझे नहीं लगता, एक शैव मत का अनुयायी होने के चलते, कि मांसाहार से प्राकृतिक आपदाएं आती हैं। वैष्णव मत के अनुसार ये हो सकता है, और जिसका उन्होंने जो वो लगातार कह रहे हैं, परंतु मुझे लग रहा है कि जिस तरह लोगों के मत है, उस मत के अनुसार बहुत ज्यादा हम लोगों को प्रोफेसर लक्ष्मी बेहरा की बातों के ऊपर विश्वास नहीं करना चाहिए, क्योंकि लक्ष्मीधर मेहरा इसके विपरीत एक बहुत बड़े साइंटिस्ट भी है जो ਆਰਟੀਫੀਸ਼ੀਅਲ ਇੰਟੈਲੀਜੈਂਸ ਨਹੀਂ ਤੁਹਾਨੂੰ ਲੌਜੀਕ ਕੀ ਲੱਗਦਾ, ਲੌਜਿਕ ਕੀ ਹੋ ਸਕਦਾ ਹੈ? ਕਿਉਂਕਿ ਦੇਖੇ ਭਾਰਤ ਦੇ ਵਿੱਚ ਦੇਖਿਆ ਜਾਵੇ ਤਾਂ 10 ਦੇ ਵਿੱਚੋਂ 7 ਬੰਦੇ ਨਾਨ ਵੈਜੀਟੇਰੀਅਨ ਨੇ। ਦੇਵ ਭੂਮੀ ਦੀ ਅਸੀਂ ਗੱਲ ਕਰ ਰਹੇ ਹਾਂ, ਠੀਕ ਹੈ। ਕਈ ਸਥਾਨਾਂ ਦੇ ਉੱਤੇ ਬਲੀ, ਜਿੱਦਾਂ ਕਿ ਤੁਸੀਂ ਦੱਸਿਆ ਕਿ ਬਲੀ ਵੀ ਜਿਹੜੀ ਹੈ ਦਿੱਤੀ ਜਾਂਦੀ ਹੈ, ਸੋ ਉਸ ਵੇਲੇ ਵੀ ਤਾਂ ਜਾਨਵਰਾਂ ਦੀ ਦੇਖਿਆ ਜਾਵੇ ਤਾਂ ਜਾਨ ਜਾਂਦੀ ਹੈ, ਉਸ ਵੇਲੇ ਵੀ ਤਾਂ ਉਹ ਬੇਜ਼ੁਬਾਨ ਹੁੰਦੇ ਨੇ। ਤਾਂ ਇਹ ਲੌਜਿਕ ਦੇਣਾ ਤੁਹਾਨੂੰ ਨਹੀਂ ਲੱਗਦਾ ਕਿ ਇਹ ਬਿਲਕੁਲ ਗਲਤ ਹੈ? ਹਿਮਾਚਲ ਦੇ ਵਿੱਚ ਜੋ ਕੁਝ ਵੀ ਹੋਇਆ ਉਸ ਦੇ ਲਈ ਜਿਹੜੇ ਉੱਥੋਂ ਦੇ ਲੋਕ ਉਹ ਜ਼ਿੰਮੇਦਾਰ ਤਾਂ ਨਹੀਂ ਹੋ ਸਕਦੇ ਨਾ, ਜਿਹੜੇ ਮਾंस ਖਾਂਦੇ ਨੇ। ने पहले भी कहा कि हिमाचल प्रदेश में इस प्राकृतिक आपदा लेकर हर व्यक्ति का अलग मत है, ऐसे में एक व्यक्ति का एक और मत आ गया, इसमें कौन सी बड़ी बात है? पर हमें प्रॉब्लम हुई कि एक साइंटिफिक व्यक्ति इस तरह के लॉजिक दे रहा है। हम प्रॉब्लम तब में आए। ऐसे तो मैंने कहा कि हर व्यक्ति ने दिया कि देवी की आपदा है, किसने कहा देवताओं की आपदा है, कुछ लोगों ने कहा कि हमारे से देवी देवता नाराज हो गए। और हिमाचल प्रदेश में अगर आप रहते हैं तो मैं तो पूरे इसके साथ मानता हूं कि हिमाचल प्रदेश में अगर कोई व्यक्ति रह रहा है तो वो सिर्फ देवी आशीर्वाद के साथ ही रह सकता है। किन्नौर की पहाड़ियों के बीच में अगर कोई व्यक्ति रह रहा है तो आप सोचिए वहां पे टीका कैसे होगा वो। ऐसे में लोगों की देवताओं के प्रति आस्था बढ़ जाती है, और ऐसे में अलग अलग व्यक्ति के अलग अलग मत हो सकते हैं। मैं प्रोफेसर देव बेहरा के साथ सहमत नहीं हूँ, बिल्कुल नहीं, मैं बिल्कुल क्लियर, ठीक है पंडित जी, मैं बिल्कुल सहमत, ठीक है। तो ये उनका मत है, व्यक्ति के मत का सम्मान करना चाहिए। कंट्रोवर्सी किस बात के लिए? उस व्यक्ति ने भारत के लिए रोबोटिक्स में और आर्टिफिशियल इंटेलिजेंस में बहुत ज्यादा योगदान दिया 33 वर्षों तक। पर पंडित जी ਅਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਸਹੁੰ ਚੁੱਕੋ, ਜੇ ਚੰਗੇ ਇਨਸਾਨ ਬਣਨਾ ਤਾਂ ਤੁਸੀਂ ਮਾंस ਖਾਣਾ ਛੱਡੋ। ਠੀਕ ਹੈ, ਹਰ ਕਿਸੇ ਦਾ ਆਪਣਾ ਧਰਮ ਹੈ, ਹਰ ਧਰਮ ਦੇ ਵਿੱਚ ਆਪਣੀਆਂ ਮਾਨਤਾਵਾਂ ਹੁੰਦੀਆਂ ਨੇ, ਹਰ ਕੋਈ ਆਪਣੇ ਧਰਮ ਦੇ ਮੁਤਾਬਿਕ ਚੱਲਦਾ। ਸੋ ਕਿਸੇ ਨੂੰ ਫੋਰਸਫੁਲੀ ਅਸੀਂ ਕਿਸੇ ਨੂੰ ਕਹਿ ਨਹੀਂ ਸਕਦੇ। ਹਾਂ, ਅਸੀਂ ਉਹਨਾਂ ਨੂੰ ਸਮਝਾ ਸਕਦੇ ਹਾਂ ਜਾਂ ਆਪਣਾ ਵਿਚਾਰ ਪੇਸ਼ ਕਰ ਸਕਦੇ ਹਾਂ। ਸੋ ਤੁਸੀਂ ਸੁਣਿਆ ਵੀ ਹੋਵੇਗਾ ਸਮਾਗਮ ਦੇ ਵਿੱਚ ਉਹਨਾਂ ਨੇ ਬੱਚਿਆਂ ਨੂੰ ਕਿਹਾ, ਜਿਹੜੇ ਵਿਦਿਆਰਥੀ ਉਸ ਵੇਲੇ ਉਸ ਕਾਨਫਰੰਸ ਦੇ ਵਿੱਚ ਸੀ, ਉਹਨਾਂ ਨੇ ਕਿਹਾ ਕਿ ਤੁਸੀਂ ਚੰਗੇ ਇਨਸਾਨ ਬਣਨਾ ਤਾਂ ਤੁਸੀਂ ਕਹੋ ਕਿ ਅਸੀਂ ਨਾਨ ਵੈਜੀਟੇਰੀਅਨ ਨਹੀਂ ਬਣਾਂਗੇ। ਸੋ ਠੀਕ ਹੈ, ਇਸ ਗੱਲ ਤੇ ਦੁਬਾਰਾ ਆਵਾਂਗੇ। ਪੰਡਿਤ ਜੀ, ਤੁਹਾਨੂੰ ਦੱਸਣਾ ਚਾਹਾਂਗੀ ਇਸ ਵੇਲੇ ਕੁਝ ਕਾਲਰ ਵੀ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਜੁੜੇ ਹੋਏ ਨੇ, ਉਹਨਾਂ ਦਾ ਵੀ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। हेलो, हाँ जी, सत श्री अकाल जी। जलंधर से बोल रहा हूँ मैडम, मैं किशन देव। हाँ जी, किशन देव जी, की कहना चाਹੁੰਦੇ हो? ਅੱਜ ਤੁਹਾਨੂੰ ਕੀ ਲੱਗਦਾ ਕੀ ਕਨੈਕਸ਼ਨ ਹੈ? ਜੋ ਕੁਝ ਵੀ ਕਿਹਾ डायरेक्टर साहब होना ने वो सही सी? मैडम मेरी बात सुनो, अगर भगवान राज होता तो जंगल में आप होता कि जंगल में पानी आता, इंसानों में पानी क्यों आ गया? जंगल मांसाहारी है सारे जानवर। ये ब्राह्मण जी बेचे, मैं ब्राह्मण हूँ, तो भगवान अच्छी आर तो बनाओ अपनी, अच्छे तो बनो। अगर भगवान राज होता जंगल में सारे जानवर मर जाते। मांस खाने से कुछ नहीं होता। खाओ भाई, अच्छे कर्म तो करो, अच्छे कर्म करते नहीं। मांस नहीं खाना, ये नहीं खाना, वो नहीं खाना। अरे देखो कितने लोग, चाइना में एक बार अकाल बढ़ जाता, उसके राष्ट्रपति ने कहा था भी तब मांस खाना शुरू हुआ, तो मांस खा लो जी। अगर पंडित जी से पूछो पेड़ आपका भूखा है, आप 10 साल रोटी ना मिले, 5 साल आपको, क्या खाओगे? मांस नहीं खाओगे आप? क्या खाओगे? अच्छे कर्म तो करो, अच्छी आदत दो, किसी का बुरा नहीं करना। बड़ा अब आप आ गई भी मांस खाने से, आप आ गई, ये आप आ गई। तो मेरी बात सुनो, जो गोभी खाते हैं वो जीव नहीं, गाजर खाते वो जीव नहीं, पालक खाते वो जीव नहीं, जो उसका 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 नहीं अंत करते, मारते नहीं उसे आप, वो जो एक जीव है उसे खाते हो बड़ी अच्छा से। मांस नहीं खाते, ये नहीं खाते, ये तो बेचुकी बातें हैं, ऐसा नहीं चाहिए कुछ भी। इनसे पंडित जी से पूछो, गोभी नहीं खाते, दही नहीं खाते, दही में कितने कीटाणु होते हैं वो खाए जाते हैं। दूध, मेरी बहन बात कर लेना, दूध का माल कर लेना, दूध में बछड़े का अधिकार होता है, गां का दूध में, गां का दूध पी लेंगे चरक, उसका बछड़े को चढ़ाकर दूध आप पी लेंगे, वो पाप नहीं, बात करना पाप है। इनसे जवाब लेना पंडित जी से। थैंक यू मैडम। ठीक है, शुक्रिया शुक्रिया किशन देव जी। एक होर कॉलर साडे नाल बने हुए ने। सत श्री अकाल जी। हाँ जी, हेलो, सत श्री अकाल जी।
ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ ਤੁਸੀਂ? ਕੀ ਨਾਮ ਹੈ ਤੁਹਾਡਾ? ਮੈਂ ਜੀ ਪ੍ਰਦੀਪ ਕੁਮਾਰ ਬੋਲ ਰਿਹਾ ਜੀ, ਫਿਰੋਜ਼ਪੁਰ। ਠੀਕ ਹੈ ਪ੍ਰਦੀਪ ਜੀ, ਅਸੀਂ ਇਹ ਚੀਜ਼ ਮੰਨਦੇ ਹਾਂ ਕਿ ਠੀਕ ਹੈ ਬੇਜ਼ੁਬਾਨਾਂ ਤੇ ਅਤਿਆਚਾਰ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਮਾਰਨਾ ਨਹੀਂ ਚਾਹੀਦਾ। ਠੀਕ ਹੈ, ਵੈਜੀਟੇਰੀਅਨ ਹੋਣਾ, ਨਾਨ ਵੈਜੀਟੇਰੀਅਨ ਹੋਣਾ, ਇਹ ਸਭ ਦੀ ਆਪਣੀ ਆਪਣੀ ਇੱਛਾ ਹੈ। ਪਰ ਜਿਸ ਤਰੀਕੇ ਸਬਜੈਕਟ ਬਹੁਤ ਵਧੀਆ ਹੈ ਜੀ, ਬਟ ਮੈਂ ਇਹ ਕਹਿਣਾ ਚਾਹੁੰਦਾ ਕਿ ਮਾਸ ਦਾ ਬਦਲਾ ਨਾਲ ਕੀ ਕਨੈਕਸ਼ਨ ਹੈ ਜੀ। ਅੱਜ ਟੈਕਨੋਲੋਜੀ ਇੰਨੀ ਪਹੁੰਚ ਗਈ, ਆਪਾਂ ਉੱਪਰ ਅੰਤਰਿਕਸ਼ ਤੇ ਪਹੁੰਚੇ ਆ, ਬਹੁਤ ਜ਼ਿਆਦਾ ਨੌਲੇਜ, ਪਰ ਮਾਸ ਨਾਲ ਬਦਲਾਂ ਦਾ ਕੋਈ ਕਨੈਕਸ਼ਨ ਨਹੀਂ ਹੈਗਾ ਜੀ। ਧਰਤੀ ਦੇ ਉੱਪਰ ਜਿੰਨੀਆਂ ਯੂਰਪ ਕੰਟਰੀਆਂ ਨੇ ਬਹੁਤ ਜ਼ਿਆਦਾ ਮਾਸ ਖਾਧਾ ਜਾਂਦਾ ਹੈ। ਆਪਣੇ ਇੰਡੀਆ ਦੇ ਵਿੱਚ ਵੀ ਬਹੁਤ ਜਗ੍ਹਾ ਮਾਸ ਖਾਧਾ ਜਾ ਰਿਹਾ ਹੈ। ਤੇ ਜੇ ਆਫਤ ਆਉਣੀ ਹੋਵੇ ਤਾਂ ਫਿਰ ਪਾਕਿਸਤਾਨ 'ਚ ਵੀ ਬੱਦਲ ਫਟਣੇ, ਪੰਜਾਬ ਦੇ ਕਿਸੇ ਏਰੀਆ 'ਚ ਵੀ ਬੱਦਲ ਫਟਣ। ਹਾਂਜੀ। ਤੇ ਪਹਾੜੀ ਏਰੀਆ ਉੱਥੇ ਤਾਂ ਬੱਦਲ ਫਟਣ ਦਾ ਕਾਰਨ ਹੈ ਹੀ ਇਹ ਜੀ। ਠੀਕ ਹੈ ਨਾ। ਬਾਕੀ ਉੱਥੋਂ ਬਾਕੀ ਇਹ ਮੈਂ ਨਹੀਂ ਇਸ ਚੀਜ਼ ਨਾਲ ਸਹਿਮਤ ਹੈਗਾ ਕਿ ਮਾਸ ਖਾਣ ਨਾਲ ਕੋਈ ਬੱਦਲ ਫਟਦੇ ਆ। ਸ਼ੁਕਰੀਆ, ਸ਼ੁਕਰੀਆ ਪ੍ਰਦੀਪ ਜੀ। ਹਾਂਜੀ, ਇੱਕ ਹੋਰ ਕਾਲਰ ਸਾਡੇ ਨਾਲ ਬਣੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਤੁਸੀਂ ਪਲੀਜ਼ ਆਪਣੀ ਟੀਵੀ ਦੀ ਵੋਲਿਊਮ ਜੇਕਰ ਘੱਟ ਕਰ ਸਕਦੇ ਹੋ ਤਾਂ ਥੋੜੀ ਆਵਾਜ਼ ਮੇਰੇ ਤੱਕ ਕਲੀਅਰ ਪਹੁੰਚੇਗੀ। ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ हो? मैडम जी, मैं जो बोल रहा हूँ कि ये आपका जो बयान है कि मास्क खाना गलत है, चाहे नहीं, ठीक नहीं है, जो डॉक्टर साहब बोल रहे हैं, मैं 16-17 साल दुबई में लगा के आया हूँ जी। वहाँ सभी प्रकार का मास्क खाया जाता है, वहाँ तक कभी बदल नहीं फटा जी। जहाँ जो हमारा इंडिया का मानसून है, मानसून के हिसाब से बदल फटता है जी। तो उसी हिसाब से जैसे भी मनाली में लगा लो, कश्मीर में लगा लो, बदल टकरा के फट जाता है। हाँ जी। तो उसी के कारण ऐसे हो जाता है। ऐसा नहीं होता है कि भी मांस खाने से बदल फटता है जी। क्योंकि हमने कुवैत, सऊदी अरब, बहरीन से ट्रक चलाया है, मानसून आता ही नहीं है जी, बारिश होता ही नहीं है। क्योंकि मैं अभी भी 4 महीना मानसून में गाड़ी चलाया है हिमाचल में, मैं टैक्सी ड्राइवर का भी काम कर रहा हूँ। हाँ जी। कोई भी प्रॉब्लम नहीं था। मानसून के वजह से बदल टकरा के बदल फट गया तो आप तो हो जाते हैं, मांस खाने का कोई मतलब नहीं है। ठीक है, ठीक है, क्योंकि हिमाचल में तो इतना कोई मांस नहीं खाता जितना कश्मीर में खाया जाता है जी, जितना गुजरात में खाया जाता है, जितना बांग्लादेश में खाया जाता है, जितना कलकत्ता में खाया जाता है। हर मुल्क च वेजिटेरियन नॉन वेजिटेरियन लोग ने, ये अपना अपना प्रोसेशन है, अपनी अपनी मर्जी है। कोई वेजिटेरियन रहना चाहता है, कोई नॉन वेजिटेरियन होंदा। सो ये सब उसे ते ही टुकवा करदा जो लोग करना पसंद करते हैं। एक होर कॉलर साडे नाल बने होए ने। सत श्री अकाल जी। हाँ जी, कितों बोल रहे हो तुसी? की नाम है तुहाडा? मैं चंडीगढ़ तो बोल रही हूँ, मेरा नाम अनीता है। हाँ जी अनीता जी, की कहना चाहोगे? यही कहना चाहती हूँ कि मतलब ਜਿਹੜਾ ਪ੍ਰੋਫੈਸਰ ਸਾਹਿਬ ਨੇ ਕਿਹਾ ਉਹ ਉਹਨਾਂ ਦਾ ਆਪਣਾ ਇੱਕ ਵਿਚਾਰ ਸੀ। ਉਹਨਾਂ ਨੇ ਪਰ ਉਹਨਾਂ ਨੂੰ ਇਹ ਕੰਪਲਸਰੀ ਨਹੀਂ ਕਰਨਾ ਚਾਹੀਦਾ, ਜਿਹੜੀ ਸਹੁੰ ਚੁਕਵਾਈ ਹੈ ਉਹ ਨਹੀਂ ਚੁਕਵਾਉਣੀ ਚਾਹੀਦੀ ਸੀਗੀ। ਦੇਖੋ ਇਹ ਆਪਾਂ ਦੂਸਰੇ ਦੇਸ਼ਾਂ ਨਾਲ ਕੰਪੇਅਰ ਤਾਂ ਕਰ ਰਹੇ ਹਾਂ ਕਿ ਉਸ ਦੇਸ਼ ਦੇ ਵਿੱਚ ਇੰਨਾ ਮਾਸ ਖਾਦਾ ਜਾਂਦਾ, ਇੰਨਾ ਖਾਦਾ, ਪਰ ਇਹ ਦੇਖੋ ਕਿ ਜਿੰਨਾ ਆਪਣੀ ਧਰਤੀ ਤੇ ਰੀਸ਼ੀ ਮੁਨੀ ਹੈ, ਪੀਰ ਪੈਗੰਬਰ ਹੈ, ਆਪਣੀ ਧਰਤੀ ਤੇ ਸੀਗੇ ਨਾ, ਕਿਸੇ ਹੋਰ ਦੇਸ਼ ਦੇ ਵਿੱਚ ਇੰਨੇ ਨਹੀਂ ਸੀਗੇ। ਉਹਨਾਂ ਨੇ ਕੀ ਕਿਹਾ ਸੀਗਾ ਕਿ ਤੁਸੀਂ ਜਾਨਵਰਾਂ ਨੂੰ ਮਾਰ ਕੇ ਉਹਨਾਂ ਦਾ ਮਾਸ ਖਾਓ, ਕਿ ਜਿਹੜਾ ਮਤਲਬ ਦੂਸਰਿਆਂ ਨਾਲ ਆਪਾਂ ਕੰਪੇਅਰ ਕਰਦੇ ਹਾਂ। ਠੀਕ ਹੈ, ਆਪਣੇ ਆਪਣੇ ਵਿਚਾਰ ਹੈ, ਜਿਹਨੂੰ ਅੱਛਾ ਲੱਗਦਾ ਉਹ ਖਾਏ, ਜਿਹਨੂੰ ਨਹੀਂ ਲੱਗਦਾ ਉਹ ਨਾ ਖਾਏ। ਪਰ ਹਾਂ, ਜਿਹੜੇ ਨਹੀਂ ਖਾਣ ਵਾਲੇ ਹੈਗੇ ਆ ਉਹ ਇਹ ਚੀਜ਼ ਵਿਸ਼ਵਾਸ ਕਰਦੇ ਆ ਬਿਲਕੁਲ। ਠੀਕ ਹੈ ਕਿ ਬਈ ਨਹੀਂ ਖਾਣਾ ਚਾਹੀਦਾ, ਉਹਨਾਂ ਨੂੰ ਲੱਗਦਾ ਹੈਗਾ ਕਿ ਵੀ ਆਪਾਂ ਖਾਂਦੇ ਆ ਇਸ ਕਰਕੇ, ਕਿਉਂਕਿ ਸਾਡੇ ਕਲੋਜ਼ 'ਚ ਵੀ ਕੋਈ ਹੈਗਾ, ਉਹਨਾਂ ਨੂੰ ਵੀ ਇਹੀ ਹੈਗਾ ਕਿ ਸਾਡੇ ਘਰ 'ਚ ਅਗਰ ਕਲੇਸ਼ ਰਹਿੰਦਾ ਹੈ, ਕੁਛ ਇਸ ਤਰ੍ਹਾਂ ਦਾ ਹੈਗਾ, ਉਹ ਸਾਡੇ ਬੱਚੇ ਮਾਸ ਖਾਂਦੇ ਆ, ਇਸ ਕਰਕੇ ਹੁੰਦਾ। ਇਹ ਆਪਣਾ ਵਿਸ਼ਵਾਸ ਹੈਗਾ, ਪਰ ਜ਼ਰੂਰ ਉਹਨਾਂ ਨੂੰ ਇਹ ਨਾ ਕਹੋ ਕਿ ਤੁਸੀਂ ਸਹੁੰ ਚੱਕੋ, ਉਹ ਖਾਣ ਚਾਹੇ ਨਾ ਖਾਣ। ਸਹਿਮਤ ਨਾ ਸਹਿਮਤ ਵਾਲੀ ਨਹੀਂ ਆਪਾਂ, ਚਾਹੇ ਚੰਨ ਤੇ ਪਹੁੰਚ ਗਏ ਜਿੱਥੇ ਮਰਜ਼ੀ। ਇੱਕ ਭਾਰਤ ਦੇ ਵਿੱਚ ਇਹ ਵੀ ਤਾਂ ਕਾਨੂੰਨ ਹੈ ਨਾ ਕਿ ਆਪਾਂ ਜਾਨਵਰਾਂ ਨੂੰ ਮਾਰ ਨਹੀਂ ਸਕਦੇ, ਉਹਨਾਂ ਤੇ ਕੇਸ ਦਰਜ ਹੁੰਦਾ। ਉਹ ਕਿਉਂ ਬਣਿਆ ਹੋਇਆ ਫਿਰ ਕੇ? ਜਾਂ ਤਾਂ ਫਿਰ ਉਹਨੂੰ ਵੀ ਖਤਮ ਕਰ ਦਿਓ। ਬਿਲਕੁਲ, ਕਿ ਮਤਲਬ ਸਾਰਿਆਂ ਪਾਸੇ ਨਹੀਂ ਨਾ ਕਿ ਮਤਲਬ ਕਿ ਆਪਾਂ ਉਹਨੂੰ ਥੋਪ ਦਈਏ ਕਿਸੇ ਦੇ ਉੱਪਰ, ਜਾਂ ਤਾਂ ਉਹ ਕੇਸ ਨਹੀਂ ਹੋਣਾ ਚਾਹੀਦਾ। ਉਹ ਹੋਣ ਦੇ ਬਾਵਜੂਦ ਵੀ ਦੇਖੋ ਲੋਕ ਖਾ ਰਹੇ ਆ, ਜਿਨ੍ਹਾਂ ਨੂੰ ਪਸੰਦ ਹੈਗਾ, ਜਿਨ੍ਹਾਂ ਨੂੰ ਨਹੀਂ ਪਸੰਦ ਹੈ ਉਹ ਕਹਿਣਗੇ ਕਿ ਵੀ ਇਹ ਆਪਦਾਵਾਂ ਇਸ ਕਰਕੇ ਆ ਰਹੀਆਂ, ਜਦਕਿ ਇਹਨਾਂ ਦਾ ਇਹਦੇ ਨਾਲ ਕੋਈ ਕਨੈਕਸ਼ਨ ਨਹੀਂ ਹੈ ਜੀ। ਬਸ, ਥੈਂਕ ਯੂ ਸੋ ਮਚ। ਸ਼ੁਕਰੀਆ, ਸ਼ੁਕਰੀਆ ਨੀਤਾ ਜੀ ਆਪਣੀ ਗੱਲ ਰੱਖਣ ਦੇ ਲਈ। ਇੱਕ ਹੋਰ ਕਾਲਰ ਸਾਡੇ ਨਾਲ ਬਣੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਡਮ ਜੀ, ਸੰਗਰੂਰ ਤੋਂ ਪਿਆਰਾ ਸਿੰਘ। ਹਾਂਜੀ ਪਿਆਰਾ ਜੀ, ਕੀ ਕਹਿਣਾ ਚਾਹੁੰਦੇ ਹੋ? ਸਹਿਮਤ ਹੋ ਇਸ ਗੱਲ ਤੋਂ? ਨਹੀਂ, ਤੁਹਾਨੂੰ ਲੱਗਦਾ ਕਿ ਜਿਹੜੇ ਨਾਨ ਵੈਜੀਟੇਰੀਅਨ ਨੇ ਉਹ ਚੰਗੇ ਲੋਕ ਨਹੀਂ ਹੁੰਦੇ? ਹਾਂ, ਨਹੀਂ ਚੰਗੇ ਪਿੱਛੇ ਨਹੀਂ ਮੈਡਮ,
ਦੇਖੋ ਮੈਂ ਪਹਿਲਾਂ ਧਾਰਮਿਕ ਕੁਛ ਜਿਹੜੇ ਗੁਰੂਆਂ ਪੀਰਾਂ ਦਾ ਉਪਦੇਸ਼ ਆ ਉਹ ਸਾਂਝਾ ਕਰੂੰਗਾ ਜੀ। ਜੈਸੀ ਸੰਗਤ ਤੈਸੀ ਰੰਗਤ, ਜੈਸਾ ਅੰਨ ਤੈਸਾ ਮਨ। ਜੀ। ਗੁਰਬਾਣੀ ਚ ਲਿਖਿਆ ਜੀ ਜੋ ਮਾਰੇ ਜੋਰ ਕਰ ਕਹਤੇ ਹੈ ਹਲਾਲ, ਦਬਕਰ ਦਈ ਜਬ ਕਾਢਾ ਹੋਏਗਾ ਕੌਣ ਹਵਾਲ। ਕਬੀਰ ਭਾਂਗ ਮਾਤਰ ਜੋ ਪ੍ਰਾਨ ਲਿਖਾ ਹੈ ਜੀ ਵਕਤ ਨੇਮ ਕੀਏ ਤੇ ਸਬਰ ਸਾਤਨ ਜਾਹੇ। ਇੱਥੋਂ ਸਿੱਧ ਹੁੰਦਾ ਵੀ ਜੀਵ ਹੱਤਿਆ ਮਾਰੀਏ ਪਰ ਇਹ ਡਾਕਟਰ ਕਹਿੰਦਾ ਤੇਰੀ ਜਾਨ ਤਾਂ ਬਚੂਗੀ ਜਾਂ ਕੋਈ ਫੌਜ ਆ ਜਾਂ ਕਿਸੇ ਰਖਵਾਲੀ ਕਰਨ ਵਾਲਾ ਉਹਨੂੰ ਸਰੀਰ ਦੀ ਸ਼ਕਤੀ ਦੀ ਲੋੜ ਹੈ ਉਹ ਖਾ ਨਹੀਂ ਸਕਦਾ ਜੀ। ਤਾਂ ਦੇਖੋ ਪੰਡਿਤ ਜੀ ਡਾਕਟਰ ਸਾਹਿਬ ਨੂੰ ਬੇਨਤੀ ਕਰਦਾ ਬਾਣੀ ਚ ਲਿਖਿਆ ਗੈਂਡਾ ਮਾਰ ਹੋਮ ਜੱਗ ਕੀਏ, ਦੇਵਤਿਆਂ ਕੀ ਬਾਣੇ ਉੱਥੇ ਗੈਂਡੇ ਦੇ ਮਾਰ ਕੇ ਉਹਦਾ ਜੱਗ ਕੀਤਾ ਜਾਂਦਾ ਸੀਗਾ, ਹੋਮ ਕੀਤਾ ਜਾਂਦਾ ਸੀਗਾ। ਬਹੁਤ ਸਾਰੇ ਇਸ ਤਰ੍ਹਾਂ ਵੀ ਹੈ। ਆ ਮੁਸਲਮਾਨਾਂ ਦੇ ਬਕਰੀਦ ਵਾਲੇ ਜਿਹੜੇ ਕਿੰਨੇ ਬੱਕਰੇ ਵੱਢੇ ਜਾਂਦੇ ਨੇ। ਤੇ ਦੇਖੋ ਜੇ ਲੋੜ ਆ ਤਾਂ ਖਾਓ, ਮੈਨੂੰ ਕੋਈ ਧਾਰਮਿਕ ਪੱਖੋਂ ਵੀ ਹਾਂ ਖਾਣਾ ਜਾਂ ਨਹੀਂ ਖਾਣਾ ਇਹ ਵੱਖਰੀ ਗੱਲ ਆ। ਪਰ ਜੋ ਇਹ ਹੈਗੀ ਆ ਕਿ ਮਤਲਬ ਦੇਖੋ ਬਾਪ ਦੇ 4 ਪੁੱਤ ਨੇ, ਵੱਡਾ ਪੁੱਤ ਛੋਟੇ ਬੱਚਿਆਂ ਨੂੰ ਤੰਗ ਕਰੇ ਦੁੱਖ ਦੇਵੇ ਤਾਂ ਬਾਪ ਨੂੰ ਦੁੱਖ ਹੁੰਦਾ, ਉਹ ਵੱਡੇ ਨੂੰ ਘੂਰੂਗਾ। ਅਸੀਂ ਸਾਰੇ ਪ੍ਰਮਾਤਮਾ ਦੇ ਬੱਚੇ ਹਾਂ ਜੀ। ਜਿਹੜਾ ਕੋਈ ਰੱਬ ਹੋਰ ਜੀਵਾਂ ਨੂੰ ਤੰਗ ਕਰਦਾ ਪਰਮਾਤਮਾ ਨੂੰ ਦੁੱਖ ਦਿੰਦਾ ਉਹਨੂੰ। ਹੋ ਸਕਦਾ ਜੀ ਆਪ ਤਾਂ ਉਲਟੀਆਂ ਨੇ, ਇਸੇ ਕਰਕੇ ਆਈਆਂ ਹੁਣ ਕਾਰਨ ਸੋ ਭਇਓ ਜੋ ਕੀਨੋ ਕਰਤਾਰ ਜੀ। ਕਾਰਨ ਕਰਨ ਪ੍ਰਵੇਸ਼ ਕੇ ਦੂਸਰਾ ਨਹੀਂ ਕੋਈ। ਮੈਂ ਡਾਕਟਰ ਸਾਹਿਬ ਜੀ ਨਾਲ ਕਿਸੇ ਹੱਦ ਤੱਕ ਸਹਿਮਤ ਹਾਂ ਜੀ। ਜੀ ਠੀਕ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਡਿਤ ਜੀ ਤੁਸੀਂ ਸੁਣਿਆ ਹੀ ਹੋਵੇਗਾ ਜਿੰਨੇ ਵੀ ਕਾਲਰ ਜੁੜੇ, ਕਈਆਂ ਨੇ ਹਾਂ ਕੀਤਾ, ਕਈਆਂ ਨੇ ਨਾ ਕੀਤਾ, ਸਭ ਦੀ ਆਪਣੀ ਆਪਣੀ ਸੋਚ ਹੈ, ਪਰਸੈਪਸ਼ਨ ਹੈ। ਪੰਡਿਤ ਜੀ ਤੁਹਾਡੇ ਮਾਧਿਅਮ ਰਾਹੀਂ ਇੱਕ ਲਾਸਟ ਰਿਐਕਸ਼ਨ ਪੁੱਛਣਾ ਚਾਹਾਂਗੀ ਕਿਉਂਕਿ ਇਹ ਵਿਸ਼ਾ ਇੱਦਾਂ ਦਾ ਇਹ ਖਤਮ ਹੀ ਨਹੀਂ ਹੋ ਸਕਦਾ, ਇਸ ਤੇ ਜਿੰਨੀ ਮਰਜ਼ੀ ਚਰਚਾ ਕੀਤੀ ਜਾਵੇ। ਸੋ ਇਹਦੀਆਂ ਗਹਿਰਾਈਆਂ ਨੂੰ ਸਮਝਣਾ ਤਾਂ ਬਹੁਤ ਜ਼ਰੂਰੀ ਹੈ। ਧਰਮ ਦੇ ਉੱਤੇ ਤਾਂ ਅਸੀਂ ਕੋਈ ਕਮੈਂਟ ਕਰ ਵੀ ਨਹੀਂ ਸਕਦੇ। ਤੁਸੀਂ ਇੱਕ ਗੱਲ ਸਿਰਫ ਇੰਨੀ ਦੱਸੋ, ਮਾਸਾਹਾਰੀ ਹੋਣਾ पाप है? नहीं, मुझे नहीं लगता। ये हिमाचल के परिप्रेक्ष्य में तो बिल्कुल नहीं लगता। हिमाचल प्रदेश की जो भौगोलिक स्थिति है वो बहुत अलग है। यहाँ लाहौल स्पीति भी और अरुणाचल तक लेने आती है। और ठंड में जहाँ आपके पास अनाज नहीं होता है वहाँ आदमी सिर्फ मांस के ऊपर जीवित रहता है। बुद्ध धर्म को मानने वाले जो तिब्बती लोग हैं वो भी मांस खाते रहे और खुद दलाई लामा जी ने इस बात को स्वीकार किया कि हमारे पास इसके अलावा ऑप्शन ही नहीं थी, जबकि बुद्ध धर्म के अंदर तो इस तरह के किसी को भी मारना बहुत ज्यादा पाप माना गया है। तो मेरा तो हमेशा से ही मानना है, चाहे शाकाहारी है चाहे मांसाहारी है, वो वहाँ की परिस्थितियों के ऊपर निर्भर करता है। और हिमाचल प्रदेश में मांसाहार जो है एक परंपरा है। हिमाचल प्रदेश में यहाँ की ठंड की परिस्थितियों से, भौगोलिक परिस्थितियों से बहुत ज्यादा ठंड है, शरीर को शायद जरूरत होती है जिसकी वजह से लोग इसको कंज्यूम करते रहे हैं। तो मेरा ये मानना कि मांसाहारी होना चाहिए या ना होना चाहिए व्यक्ति से व्यक्ति के ऊपर निर्भर करता है। बहुत कुछ ऐसे लोग भी हुए, संत हुए मांसाहार करने के बाद एक संत जैसे रामकृष्ण परमहंस जी थे, मांसाहार करते थे, उसके बावजूद भी वो बहुत बड़े संत हुए। तो कुछ लोग इस चीज के बिल्कुल विरोध में रहते हैं। तो मेरा ये मानना है कि जो प्रोफेसर लक्ष्मीधर बेहरा जी ने कहा वो उनका व्यक्तिगत मत है, परंतु हिमाचल प्रदेश के बारे में उनका जो ये मत था वो बिल्कुल ठीक नहीं बैठा है मांसाहार की वजह से। वो ठीक है, वैष्णव मत में ये माना जाता है कि मांसाहार की वजह से मांस डिस्ट्रक्शन होती है, परंतु मेरा ये मानना है कि हिमाचल प्रदेश में जो मांसाहार है वो 2014 में तो बलि प्रथा के ऊपर ऐसे ही हाईकोर्ट ने बैन लगा दिया था। 2017 में थोड़ा बहुत खुल गया था, उसके बाद मांसाहार बहुत कम हो चुका है। तो डिस्ट्रक्शन का काम जो मैं विश्व बंधु जी से बिल्कुल सहमत हूँ। मौसम का परिवर्तन, अरेबियन सागर के अंदर चक्रवातों का लगातार आना, हिमाचल प्रदेश में ठीक है पंडित जी, पंडित प्रवीण शर्मा जी बहुत बहुत शुक्रिया साडे नाल जुड़न दे लई। ते प्रोफैसर विश्व बंधु तुसीं भी अपनी इस प्रोग्राम दे विच राय शामिल कीती, सो बहुत सारे सुझाव दिते, दर्शकां ने भी अपनियां राय इस मुद्दे ते दित्तियां, सो उन्हां दा स्वागत। जिन्हां दी कॉल नहीं मिली उन्हां दा भी ਉਹਨਾਂ ਨੂੰ ਕਹਿਣਾ ਚਾਹਾਂਗੇ ਕਿ ਤੁਸੀਂ ਦੁਬਾਰਾ ਤੋਂ ਇਸ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ ਕੱਲ ਜਦੋਂ ਇਹ ਪ੍ਰੋਗਰਾਮ ਨਵੇਂ ਮੁੱਦੇ ਤੇ ਖੁੱਲੇਗਾ। ਫਿਲਹਾਲ ਹੁਣ ਇੱਕ ਵੱਡੀ ਖਬਰ ਦਾ ਰੁਖ ਕਰ ਲੈਂਦੇ। ਪ੍ਰਧਾਨ ਮੰਤਰੀ ਆਵਾਸ ਪਹੁੰਚੇ ਨੇ ਜੋ ਬਾਈਡਨ, 에ਅਰਪੋਰਟ ਤੇ ਸਿੱਧੇ ਪੀਐਮ ਹਾਊਸ ਪਹੁੰਚੇ ਨੇ ਬਾਈਡਨ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਕੀਤੀ ਹੈ। ਸੋ ਇਹ ਮੁਲਾਕਾਤ ਦੇ ਉਹ ਪਲ ਜਿਸ ਵੇਲੇ ਉਹ ਭਾਰਤ ਪਹੁੰਚੇ ਨਿੱਘਾ ਸਵਾਗਤ ਕੀਤਾ ਗਿਆ। G20 ਸੰਮੇਲਨ ਨੂੰ ਲੈ ਕੇ ਤਿਆਰੀਆਂ ਤਾਂ ਮੁਕੰਮਲ ਤੇ ਕੱਲ ਤੋਂ ਇਹ ਸੰਮੇਲਨ ਜਿਹੜਾ ਸ਼ੁਰੂ ਹੋ ਜਾਵੇਗਾ। ਦਿੱਲੀ ਦੇ ਵਿੱਚ ਬਹੁਤ ਸਾਰੀ ਸਟ੍ਰਿਕਨੈਸ ਵੀ ਕੀਤੀ ਹੋਈ ਹੈ, ਪਰ ਇਹ ਮੁਲਾਕਾਤ ਦੀਆਂ ਤਸਵੀਰਾਂ ਜੋ ਬਾਈਡਨ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਪੀਐਮ ਆਵਾਸ ਤੇ ਜੋ ਬਾਈਡਨ ਦੇ ਨਾਲ ਇਹ ਮੁਲਾਕਾਤ ਦਿਖਾਈ ਦਿੱਤੀ। 에ਅਰਪੋਰਟ ਤੋਂ ਸਿੱਧਾ ਪੀਐਮ ਹਾਊਸ ਜੋ ਬਾਈਡਨ ਪਹੁੰਚੇ। ਸੋ ਬਹੁਤ
ਵੱਡਾ ਇਵੈਂਟ ਹੈ G20। ਸੋ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧੀ ਪਹੁੰਚੇ ਹੋਏ ਨੇ। ਸੋ ਇਹ ਮੁਲਾਕਾਤ ਇੱਕ ਖਾਸ ਪਲ ਜਿਹੜੇ ਕੈਮਰਾ ਦੇ ਵਿੱਚ ਕੈਪਚਰ ਹੋਏ ਨੇ। ਐਡੀਟਰ ਇਨ ਚੀਫ ਸਾਡੇ ਜਗਦੀਪ ਸਿੰਘ ਸੰਧੂ ਇਸ ਸਮੇਂ ਸਾਡੇ ਨਾਲ ਫੋਨ ਲਾਈਨ ਜ਼ਰੀਏ ਜੁੜੇ ਹੋਏ ਨੇ। ਸੰਧੂ ਸਾਹਿਬ, ਇਹ ਮੁਲਾਕਾਤ ਦੀਆਂ ਤਸਵੀਰਾਂ ਅਸੀਂ ਦੇਖਿਆ। ਖਾਸ ਦਿਨ ਰਹਿਣ ਵਾਲਾ ਭਾਰਤ ਲਈ G20 ਸੰਮੇਲਨ ਕੱਲ੍ਹ ਤੋਂ ਸ਼ੁਰੂ ਹੋ ਰਿਹਾ। ਜੋ ਬਾਈਡਨ ਪਹੁੰਚ ਚੁੱਕੇ ਨੇ। ਸੋ ਇਹ ਮੁਲਾਕਾਤ ਕਾਫੀ ਖਾਸ ਲੱਗ ਰਹੀ ਹੈ। ਸੋ G20 ਸੰਮੇਲਨ ਜਿਸ ਨੂੰ ਲੈ ਕੇ ਦਿੱਲੀ ਦੇ ਵਿੱਚ ਸੋ 에ਅਰਪੋਰਟ ਤੋਂ ਸਿੱਧਾ ਜੋ ਬਾਈਡਨ ਪ੍ਰਧਾਨ ਮੰਤਰੀ ਆਵਾਸ ਤੇ ਪਹੁੰਚੇ। ਤਸਵੀਰਾਂ ਜਿਸ ਵੇਲੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਜੋ ਬਾਈਡਨ ਦੀ ਮੁਲਾਕਾਤ ਹੋਈ ਹੈ। ਐਡੀਟਰ ਇਨ ਚੀਫ ਸਾਡੇ ਜਗਦੀਪ ਸਿੰਘ ਸੰਧੂ ਇਸ ਸਮੇਂ ਫੋਨ ਲਾਈਨ ਜ਼ਰੀਏ ਸਾਡੇ ਨਾਲ ਜੁੜੇ ਹੋਏ ਨੇ। ਸੰਧੂ ਸਾਹਿਬ, ਜਿਵੇਂ ਕਿ ਤਸਵੀਰਾਂ ਅਸੀਂ ਦੇਖ ਪਾ ਰਹੇ ਹਾਂ, G20 ਸੰਮੇਲਨ ਕੱਲ੍ਹ ਤੋਂ ਸ਼ੁਰੂ ਹੋਵੇਗਾ, ਪਰ ਪ੍ਰਤੀਨਿਧੀ ਵੱਖ-ਵੱਖ ਦੇਸ਼ਾਂ ਦੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ। ਇਸ ਸਮੇਂ ਜੋ ਬਾਈਡਨ ਪ੍ਰਧਾਨ ਮੰਤਰੀ ਆਵਾਸ ਤੇ ਮੌਜੂਦ ਨੇ। ਖਾਸ ਮੁਲਾਕਾਤ ਸੀ ਇਹ। ਬਿਲਕੁਲ ਮਨਪ੍ਰੀਤ, ਜਿਹੜੀ ਇੰਡੀਆ ਅਮਰੀਕਾ ਦੀ ਜਿਹੜੀ ਪਾਰਟਨਰਸ਼ਿਪ ਹੈ ਉਹ ਕਿੰਨੀ ਜ਼ਿਆਦਾ ਸਟਰੋਂਗ ਹੋ ਚੁੱਕੀ ਹੈ। ਇਸ ਦੀ ਮਿਸਾਲ ਜਿਹੜੀ ਹੈ, ਮੈਂ ਕਹਿਣਾ ਚਾਹਾਂਗਾ ਕਿ ਮੈਨੂੰ ਆਪਣੀ ਆਵਾਜ਼ ਆ ਰਹੀ ਹੈ। ਪੀਪੀਆਰ ਨੂੰ ਮੈਂ ਰਿਕੁਐਸਟ ਕਰਨਾ ਚਾਹਾਂਗਾ ਕਿ ਵੌਇਸ ਸਿਕਨ। ਸੋ ਜਿਵੇਂ ਮੈਂ ਦੱਸ ਰਿਹਾ ਸੀ ਕਿ ਜੋ ਬਾਈਡਨ ਜੋ ਹੈ 에ਅਰਪੋਰਟ ਤੇ ਲੈਂਡ ਕਰਨ ਤੋਂ ਬਾਅਦ ਸਿੱਧੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਘਰ ਪਹੁੰਚੇ ਨੇ, ਜੋ ਕਿ ਸੱਤ ਕਲਿਆਣ ਮਾਰਗ ਜਿਹਨੂੰ ਕਿਹਾ ਜਾਂਦਾ ਹੈ। ਔਰ ਇੱਕ ਬੜਾ ਵੱਡਾ ਜਿਹੜਾ ਇੱਕ ਅਮਰੀਕਾ 'ਚ ਡਿਬੇਟ ਚੱਲ ਰਹੀ ਹੈ ਕਿ ਜੋ ਬਾਈਡਨ ਜੋ ਹੈ ਉਹ ਉਮਰ ਦਰਾਜ਼ ਹੋ ਚੁੱਕੇ ਹੈ, ਅਗਲੀ ਇਲੈਕਸ਼ਨ ਲੜਨਗੇ ਕਿ ਨਹੀਂ ਲੜਨਗੇ। ਸ਼ਾਇਦ ਉਸ ਬਾਰੇ ਵੀ ਇੱਕ ਬੜੀ ਵੇਖਣ ਵਾਲੀ ਚੀਜ਼ ਹੈ ਕਿ 80 ਸਾਲ ਦਾ ਇੱਕ ਜਿਹੜਾ ਬਜ਼ੁਰਗ ਵਿਅਕਤੀ ਹੈ ਜੋ ਅਮਰੀਕਾ ਦਾ ਪ੍ਰੈਜ਼ੀਡੈਂਟ ਹੈ, ਉਹ ਸਫ਼ਰ ਕਰਕੇ ਆਏ ਨੇ ਔਰ ਸਿੱਧੇ ਹੋਟਲ ਪਹੁੰਚਾਉਣ ਦੀ ਬਜਾਏ ਉਹ ਸਿੱਧੇ ਪ੍ਰਾਈਮ ਮਿਨਿਸਟਰ ਦੇ ਘਰ ਪਹੁੰਚੇ ਨੇ। ਫਿਲਹਾਲ ਦੋਨੋਂ ਨੇਤਾ ਜਿਹੜੇ ਆ ਉਹ ਆਪਣਾ ਗੱਲਬਾਤ ਕਰਨ ਤੋਂ ਬਾਅਦ ਇੱਕ ਪ੍ਰਾਈਵੇਟ ਡਿਨਰ ਜਿਹੜਾ ਜਿਹਦੇ 'ਚ ਉਹ ਸਿਰਫ 2 ਲੋਕ ਜਿਹੜੇ ਮੌਜੂਦ ਹੋਣਗੇ ਉਹ ਉੱਥੇ ਗੱਲਬਾਤ ਕਰ ਰਹੇ ਆ। ਹਾਸਲ ਕੀ ਹੋਏਗਾ, ਸਭ ਦਾ ਇੱਕ ਸਵਾਲ ਹੈ ਕਿ ਜੋ ਅਮਰੀਕਾ ਦੀ ਪਾਰਟਿਸਿਪੇਸ਼ਨ ਹੈ, ਜੋ ਅਮਰੀਕਨ ਪ੍ਰੈਜ਼ੀਡੈਂਟ ਆਏ ਨੇ G20 ਲਈ, ਔਰ ਉਹ ਭਾਰਤ ਨੂੰ ਕੀ ਦੇ ਸਕਦੇ ਆ। ਅਗਲੇ 2-3 ਦਿਨਾਂ ਵਿੱਚ ਬਹੁਤ ਅਹਿਮ ਡੀਲਸ ਜਿਹੜੀਆਂ ਨੇ ਉਹ ਹੋ ਸਕਦੀਆਂ ਨੇ। ਸਭ ਤੋਂ ਪਹਿਲੇ ਜਿਹੜੇ ਡਰੋਨ ਹੁੰਦੇ ਨੇ, ਜਿਹੜੇ ਏਰੀਅਲ ਡਰੋਨ, ਇੱਕ ਡਰੋਨ ਜਿਹੜੇ ਅਸੀਂ ਦੇਖਦੇ ਹਾਂ ਜੋ ਪਾਕਿਸਤਾਨ ਦੀ ਸਰਹੱਦ ਤੋਂ ਭੇਜੇ ਜਾਂਦੇ, ਇੱਕ ਏਰੀਅਲ ਡਰੋਨ ਹੁੰਦਾ ਹੈ ਜੋ ਅੱਤਵਾਦ ਨੂੰ ਨਜਿੱਠਣ ਦੇ ਕੰਮ ਕਾਫੀ ਆਉਂਦਾ ਹੈ, ਬਹੁਤ ਹੀ ਸੇਫ ਫਾਈਟ ਤੇ ਜਾਂਦਾ ਹੈ ਔਰ ਉਸ ਨਾਲ ਜਿਹੜੀਆਂ ਅੱਤਵਾਦਿਕ ਜਿਹੜੀਆਂ ਘਟਨਾਵਾਂ ਹੁੰਦੀਆਂ ਉਸ ਮਿਲਦੀ ਹੈ। ਉਹ ਟੈਕਨੋਲੋਜੀ ਇੰਡੀਆ ਨੂੰ ਅਮਰੀਕਾ ਦੇ ਸਕਦਾ ਹੈ। ਇਸ ਤੋਂ ਇਲਾਵਾ ਇੱਕ ਰੇਲ ਪ੍ਰੋਜੈਕਟ ਦੀ ਗੱਲ ਕੀਤੀ ਜਾ ਰਹੀ, ਹਾਲਾਂਕਿ ਉਹਦੀ ਪੁਸ਼ਟੀ ਨਹੀਂ ਹੋ ਪਾਈ, ਲੇਕਿਨ ਅਜਿਹਾ ਕਿਹਾ ਜਾ ਰਿਹਾ ਕਿ ਮਿਡਲ ਈਸਟ ਤੱਕ ਜਿਹੜੀ ਇੱਕ ਰੇਲ ਜਿਹੜੀ ਹੈ ਉਹ ਬਣਾਉਣ ਦਾ ਇੱਕ ਦੁਬਈ ਤੋਂ ਜਿਹੜਾ ਮਤਲਬ ਕਿਹਾ ਜਾ ਰਿਹਾ ਕਿ ਭਾਰਤ ਵਿੱਚ ਇੱਕ ਰੇਲ ਦਾ ਮਾਰਗ ਬਣਾਉਣਾ, ਉਸ ਵਿੱਚ ਅਮਰੀਕਾ ਦੀ ਪਾਰਟਿਸਿਪੇਸ਼ਨ ਜਿਹੜੀ ਹੈ ਉਹ ਜਿਹੜੀ ਹੈ ਹੋ ਸਕਦੀ ਹੈ। ਇਸ ਤੋਂ ਇਲਾਵਾ ਜਿਹੜਾ ਭਾਰਤ ਦੇ ਵਿੱਚ 5G ਔਰ 6G ਦਾ ਨੈਟਵਰਕ ਜਿਹੜਾ ਕਿ ਅਗਲਾ ਨੈਕਸਟ ਲੈਵਲ ਤੇ ਹੋਏਗਾ, ਉਸ ਬਾਰੇ ਵੀ ਚਰਚਾ ਕੀਤੀ ਜਾਏਗੀ ਔਰ ਉਸ ਵਿੱਚ ਵੀ ਅਮਰੀਕਾ ਦੀ ਕਿੰਨੀ ਪਾਰਟਿਸਿਪੇਸ਼ਨ ਰਹੇਗੀ, ਇਸ ਬਾਰੇ ਗੱਲ ਕੀਤੀ ਜਾ ਰਹੀ ਹੈ। ਸੋ ਕੁੱਲ ਮਿਲਾ ਕੇ ਦੋਨੋਂ ਜਿਹੜੇ ਦੇਸ਼ ਦੇ, ਇੱਕ ਦੇਸ਼ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਇਕਨੋਮੀ ਔਰ ਇੱਕ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ, ਦੋਨਾਂ ਦੇ ਜਿਹੜੇ ਲੀਡਰਸ ਹੈ ਉਹ ਇੱਕ ਮੁਲਾਕਾਤ ਕਰ ਰਹੇ ਹੈ। ਕੁਝ ਸਾਲ ਪਹਿਲਾਂ ਦੀ ਗੱਲ ਕਰੀਏ ਤੇ ਬੜੀ ਇਹ ਸੰਭਵ ਨਹੀਂ ਸੀ, ਲੇਕਿਨ ਜਿਸ ਤਰ੍ਹਾਂ ਭਾਰਤ ਜਿਹੜਾ ਇੱਕ ਦੁਨੀਆ ਦਾ ਇੱਕ ਇਮਰਜਿੰਗ ਇਕਨੋਮੀ ਬਣ ਰਿਹਾ, ਉਸ ਤੋਂ ਦੇਖਦੇ ਹੋਏ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਦਿੱਲੀ ਜਦੋਂ ਆਪਣੇ 에ਅਰਫੋਰਸ 1 ਪਲੇਨ ਹੈ ਉੱਥੇ ਕਰੀਬ 7:30 ਤੇ ਉਹ ਲੈਂਡ ਕੀਤੇ ਸੀ, ਉਸ ਤੋਂ ਬਾਅਦ ਆ ਕੇ ਸਿੱਧਾ ਉਹ ਪ੍ਰਾਈਮ ਮਿਨਿਸਟਰ ਦੇ ਘਰ ਪਹੁੰਚੇ ਨੇ, ਜਿੱਥੇ ਦੋਨੋਂ ਨੇਤਾ ਜਿਹੜੇ ਉਹਨਾਂ ਨੇ ਗੱਲਬਾਤ ਕੀਤੀ ਔਰ ਪ੍ਰਧਾਨ ਮੰਤਰੀ ਖੁਦ ਤਸਵੀਰਾਂ 'ਚ ਦੇਖਿਆ ਜਾ ਸਕਦਾ ਖੁਦ ਰਿਸੀਵ ਕਰ ਰਹੇ ਸੀ ਜੋ ਬਾਈਡਨ ਨੂੰ। ਔਰ ਸ਼ਾਇਦ ਇਹ ਪਹਿਲਾ ਮੌਕਾ ਹੋਵੇਗਾ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਜਿਹੜੇ ਆ ਉਹ ਇੱਕ ਪ੍ਰਾਈਵੇਟ ਡਿਨਰ ਕਰ ਰਹੇ ਆ ਪ੍ਰਧਾਨ ਮੰਤਰੀ ਇੰਡੀਆ ਦੇ ਪ੍ਰਧਾਨ ਮੰਤਰੀ ਨਾਲ। ਸੋ ਇਸ ਤੋਂ ਵੀ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੋਨੋਂ ਦੇਸ਼ ਜਿਹੜੇ ਆ ਬਾਇਲੈਟਰਲ ਜਿਹੜੇ ਉਹਨਾਂ ਦੇ ਰਿਲੇਸ਼ਨਸ ਹੈ ਉਹ ਬਹੁਤ ਅੱਗੇ ਤੱਕ ਜਾਣਗੇ। ਔਰ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਅਗਲੇ ਜਿਹੜੇ 2 ਦਿਨ ਨੇ ਉਹ 'ਚ ਭਾਰਤ ਆਪਣਾ ਕੀ G20 ਦੇਸ਼ਾਂ ਦੇ ਅੱਗੇ ਆਪਣੀ ਕਿਹੜੀ ਜਿਹੜੀ ਹੈ ਆਪਣਾ ਦਮਖਮ ਦਿਖਾਉਂਦਾ ਹੈ, ਕਿਉਂਕਿ ਇਸ ਵਿੱਚ ਮੈਂ ਹੋਰ ਦੱਸਦਾ ਕਿ ਇਸ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਮੀਟਿੰਗਸ ਆਲਰੇਡੀ ਕਰ ਚੁੱਕੇ ਹੈ। ਬੰਗਲਾਦੇਸ਼ ਦੀ ਜਿਹੜੀ ਸ਼ੇਖ ਹਸੀਨਾ ਜਿਹੜੇ ਉਹਨਾਂ ਨੂੰ ਉਹਨਾਂ ਮੁਲਾਕਾਤ ਕੀਤੀ ਸੀ। ਇਸ ਤੋਂ ਇਲਾਵਾ ਮੌਰੀਸ਼ੀਅਸ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈ ਉਹਨਾਂ ਨੇ ਵੀ ਅੱਜ ਪ੍ਰਾਈਮ ਮਿਨਿਸਟਰ ਨਾਲ ਉਹਨਾਂ ਦੇ ਰੈਜ਼ੀਡੈਂਸ ਤੇ ਮੁਲਾਕਾਤ ਕੀਤੀ ਸੀ। ਸੋ ਮਨਪ੍ਰੀਤ, ਅਗਲੇ 2 ਦਿਨ ਜਿਹੜੇ ਆ ਬੜੇ ਐਕਸਾਈਟਿੰਗ ਰਹਿਣ ਵਾਲੇ ਆ ਔਰ ਭਾਰਤ ਜਿਹੜਾ ਦੁਨੀਆ ਦੇ ਨਕਸ਼ੇ ਦੇ ਵਿੱਚ ਇੱਕ ਵੱਡੀ ਤਾਕਤ ਬਣ ਕੇ ਉੱਭਰੇਗਾ ਔਰ ਇੱਕ ਮੈਸੇਜ ਦਿੱਤਾ ਜਾਏਗਾ ਕਿ ਭਾਰਤ ਜਿਹੜਾ ਹੈ ਉਹ ਪੁਰਾਣਾ ਭਾਰਤ ਨਹੀਂ ਰਿਹਾ, ਨਵਾਂ ਦੇਸ਼ ਹੈ, ਨਵੀਂ એનર્ਜੀ ਦੇ ਨਾਲ
ਅੱਗੇ ਵਧੇਗਾ। ਜੀ ਮਨਪ੍ਰੀਤ। ਬਿਲਕੁਲ ਸੰਧੂ ਜੀ, ਜੇਕਰ ਗੱਲ ਕੀਤੀ ਜਾਵੇ ਇਹ 2 ਦਿਨ ਜਿਹੜੇ ਖਾਸ ਨੇ, ਇਸ ਸਮੇਂ ਰਾਜਧਾਨੀ ਦਿੱਲੀ ਦੇ ਵਿੱਚ ਹਰ ਪਾਸੇ ਪੁਲਿਸ ਦਾ ਸਖਤ ਪਹਿਰਾ ਵੀ ਹੈ, ਪਰ ਦੂਜੇ ਪਾਸੇ G20 ਸੰਮੇਲਨ ਦੇ ਵਿੱਚ ਇਸ ਤੋਂ ਇਲਾਵਾ ਹੋਰ ਕੀ ਸੈਂਟਰ ਆਫ ਅਟਰੈਕਸ਼ਨ ਰਹੇਗਾ? ਖਾਸ ਗੱਲ ਕੀ ਹੋਰ ਦੇਖਣ ਨੂੰ ਮਿਲੇਗੀ? ਮਨਪ੍ਰੀਤ, ਜਿਹੜੇ ਅਗਲੇ 2 ਦਿਨ ਬੜੇ ਅਹਿਮ ਨੇ, ਕਿਉਂਕਿ 85% ਜਿਹੜੀ ਵਰਲਡ ਦੀ ਇਕਨੋਮੀ ਇਹ 20 ਦੇਸ਼ ਜਿਹੜੇ ਆ ਉਹ ਕੰਟਰੋਲ ਕਰਦੇ ਆ। ਸੋ ਸਾਨੂੰ ਇਹ ਕੀ ਮਿਲਣ ਵਾਲਾ, ਸਾਡੀਆਂ ਜਿਹੜੀਆਂ ਵਪਾਰ ਦੀਆਂ ਸੰਧੀਆਂ ਹੋਣਗੀਆਂ, ਹੈਲਥ ਸੈਕਟਰ ਵਿੱਚ ਬਹੁਤ ਜਿਹੜੀਆਂ ਲੈਂਡਮਾਰਕ ਜਿਹੜੀਆਂ ਐਗਰੀਮੈਂਟ ਹੈ ਉਹ ਹੋ ਸਕਦੇ ਆ, ਔਰ ਇਸ ਤੋਂ ਇਲਾਵਾ ਜਿਹੜੇ ਇਨਫਰਾਸਟ੍ਰਕਚਰ ਬਿਲਡਿੰਗ ਜਾਂ ਅਸੀਂ ਟੈਕਨੋਲੋਜੀ ਦੀ ਗੱਲ ਕਰੀਏ ਉਸ ਵਿੱਚ ਵੀ ਬਹੁਤ ਜਿਹੜੇ ਅਹਿਮ ਫੈਸਲੇ ਜਿਹੜੇ ਆ ਉਹ ਹੋ ਸਕਦੇ ਆ। ਲੇਕਿਨ ਹਾਂ, 2 ਕਮੀਆਂ ਜ਼ਰੂਰ ਰਹਿਣਗੀਆਂ ਕਿ ਜਿਹੜਾ ਚਾਈਨਾ ਹੈ, ਚਾਈਨਾ ਦੇ ਜਿਹੜੇ ਪ੍ਰੀਮੀਅਰ ਨੇ ਲੀ ਉਹ ਨਹੀਂ ਪਹੁੰਚ ਪਾਏ ਇੱਥੇ। ਉਸ ਤੋਂ ਇਲਾਵਾ ਵਲੈਡੀਮਿਰ ਪੁਤਿਨ ਜਿਹੜੇ ਰਸ਼ੀਆ ਦੇ ਹੈ ਪ੍ਰੈਜ਼ੀਡੈਂਟ ਆ, ਉਹ ਵੀ ਨਹੀਂ ਹੋਣਗੇ। ਉਹਨਾਂ ਦੀ ਕਮੀ ਮਹਿਸੂਸ ਕੀਤੀ ਜਾਏਗੀ, ਕਿਉਂਕਿ ਚਾਈਨਾ ਰਸ਼ੀਆ ਜਿਹੜਾ ਉਹਨਾਂ ਦਾ ਇੱਕ ਜਿਹੜਾ ਜਿਹੜੀ ਏਸ਼ੀਆ ਦੀ ਗੱਲ ਕਰੀਏ ਤਾਂ ਬਹੁਤ ਵੱਡੀਆਂ ਤਾਕਤਾਂ ਨੇ, ਔਰ ਇੱਕ ਅਜਿਹਾ ਵੀ ਇਸ G20 ਤੋਂ ਮੈਸੇਜ ਜਾਏਗਾ ਕਿ ਟ੍ਰੈਡੀਸ਼ਨਲ ਤੌਰ ਤੇ ਭਾਰਤ ਰਸ਼ੀਆ ਦੇ ਕਲੋਜ਼ ਰਿਹਾ ਹੈ, ਲੇਕਿਨ ਹੁਣ ਦੋਨੋਂ ਕੰਟਰੀਜ਼ ਜਿਹੜੀਆਂ ਨੇ ਉਹ ਆਪਣਾ ਅਮਰੀਕਾ ਔਰ ਇੰਡੀਆ ਨਵੀਂ ਪਾਰਟਨਰਸ਼ਿਪ ਸ਼ੁਰੂ ਕਰੇਗਾ। ਔਰ ਇਸ ਦੇ ਨਾਲ ਜਿਹੜੇ ਬਾਕੀ ਕੰਟਰੀਜ਼ ਜਿਹੜੀ ਯੂਰਪ ਦੇ, ਜਿਵੇਂ ਕੈਨੇਡਾ ਦੀ ਗੱਲ ਕਰੀਏ, ਫਰਾਂਸ ਦੀ ਗੱਲ ਕਰੀਏ, ਜਰਮਨੀ ਦੀ ਗੱਲ ਕਰੀਏ, ਉਹਨਾਂ ਦੇ ਜਿਹੜੇ ਲੀਡਰਸ ਆਏ ਨੇ। ਉਸ ਤੋਂ ਇਲਾਵਾ ਅਫਰੀਕਨ ਕੰਟਰੀਜ਼ ਨੂੰ ਵੀ ਇਨਵਾਈਟ ਕੀਤਾ ਗਿਆ ਹੈ, ਜਾਂ ਸਾਊਦੀ ਅਰੇਬੀਆ ਜਿਹੜਾ ਉਹਨਾਂ ਦੇ ਨੇਤਾਵਾਂ ਨੂੰ, ਮਿਡਲ ਈਸਟ ਦੇ ਹੋਰ ਵੀ ਜਿਹੜੇ ਨੇਤਾ ਨੇ ਉਹਨਾਂ ਨੂੰ ਵੀ ਬੁਲਾਇਆ ਗਿਆ। ਸੋ ਇੱਕ ਭਾਰਤ ਦਾ ਇੱਕ ਮੈਸੇਜ ਇੱਥੋਂ ਜਾਏਗਾ ਕਿ ਜਿਹੜੇ ਟੌਪ ਦੇ ਕੰਟਰੀਜ਼ ਨੇ, ਆਪਾਂ 5ਵੀਂ ਵਰਲਡ ਇਕਨੋਮੀ ਸਭ ਨੂੰ ਪਤਾ, ਲੇਕਿਨ ਆਉਣ ਵਾਲੇ ਸਾਲਾਂ 'ਚ ਅਸੀਂ ਤੀਸਰੀ ਜਿਹੜੀ ਸਟਰੋਂਗੈਸਟ ਇਕਨੋਮੀ ਬਣਨ ਜਾ ਰਹੇ ਹਾਂ। ਸੋ ਇੱਕ ਮੈਸੇਜ ਦਿੱਤਾ ਜਾਏਗਾ ਕਿ ਭਾਰਤ ਜਿਹੜਾ ਹੈ, ਨਵਾਂ ਭਾਰਤ ਜਿਹੜਾ ਹੈ ਕਿਵੇਂ ਉੱਭਰ ਕੇ ਆ ਰਿਹਾ। ਮੈਂ ਬਾਰ-ਬਾਰ ਭਾਰਤ ਦਾ ਵੀ ਜ਼ਿਕਰ ਕਰ ਰਿਹਾ, ਹਾਲਾਂਕਿ ਇੰਡੀਆ ਨਾਮ ਹੈ, तो इंडिया और ਜਿਹੜਾ ਭਾਰਤ ਹੈ ਉਹ ਦੋਨੋਂ ਮਿਲ ਕੇ ਕਿਵੇਂ ਅੱਗੇ ਚੱਲਣਗੇ ਆਉਣ ਵਾਲੇ ਜਿਹੜਾ ਦੇਖਣ ਨੂੰ ਮਿਲੇਗਾ। ਔਰ ਇੰਡੀਆ ਨੂੰ ਬਹੁਤ ਕੁਝ ਟੇਕ ਅਵੇ ਇਸ ਮੀਟਿੰਗ 2 ਦਿਨ ਦੀ ਮੀਟਿੰਗ 'ਚ ਮਿਲੇਗਾ, ਕਿਉਂਕਿ ਹਜ਼ਾਰਾਂ ਡੈਲੀਗੇਟਸ ਜਿਹੜੇ ਭਾਰਤ ਤੋਂ ਆਏ ਨੇ ਉਹਨਾਂ ਨੂੰ ਦਿੱਲੀ ਜਿਹੜੀ ਹੈ, ਦਿੱਲੀ ਦੀ ਜਿਹੜੀ ਖੂਬਸੂਰਤੀ ਹੈ ਉਹ ਦਿਖਾਈ ਜਾ ਰਹੀ ਹੈ। ਦਿੱਲੀ ਨੂੰ ਇੱਕ ਕਹਿੰਦੇ ਦੁਲਹਨ ਵਰਗਾ ਸਜਾਇਆ ਗਿਆ ਹੈ ਔਰ ਇੱਕ ਮੈਸੇਜ ਦਿੱਤਾ ਜਾਏਗਾ ਕਿ ਭਾਰਤ ਜਿਹੜਾ ਬਹੁਤ ਹੀ ਇੱਕ ਡਿਵੈਲਪ ਨੇਸ਼ਨ ਬਣਨ ਦੀ ਕਗਾਰ ਤੇ, ਔਰ ਜਿਵੇਂ ਅਕਸਰ ਕਿਹਾ ਜਾਂਦਾ ਕਿ ਅਗਲੇ 20 ਸਾਲ ਦੇ ਵਿੱਚ ਇੰਡੀਆ ਜਿਹੜਾ ਇੱਕ ਮੇਜਰ ਇਕਨੋਮੀ ਬਣ ਜਾਏਗਾ ਔਰ ਡਿਵੈਲਪ ਨੇਸ਼ਨ ਬਣ ਜਾਏਗਾ। ਇਸ ਨਾਲ ਵੀ ਬਹੁਤ ਫਾਇਦਾ ਜਿਹੜਾ ਭਾਰਤ ਨੂੰ ਮਨਪ੍ਰੀਤ ਮਿਲਣ ਵਾਲਾ ਹੈ। ਜੀ ਬਿਲਕੁਲ ਭਾਰਤ ਨੂੰ ਫਾਇਦਾ ਮਿਲੇਗਾ। 2 ਦਿਨ ਭਾਰਤ ਦੇ ਲਈ ਬਹੁਤ ਖਾਸ ਹੋਣਗੇ। ਸ਼ੁਕਰੀਆ ਸੰਧੂ ਸਾਹਿਬ तमाम ਜਾਣਕਾਰੀ ਦੇਣ ਦੇ ਲਈ। ਸੋ ਐਡੀਟਰ ਇਨ ਚੀਫ ਜਗਦੀਪ ਸਿੰਘ ਸੰਧੂ ਸਾਡੇ ਨਾਲ ਫੋਨ ਲਾਈਨ ਜ਼ਰੀਏ ਜੁੜੇ ਹੋਏ ਸਨ, ਜਿਨ੍ਹਾਂ ਨੇ ਬਹੁਤ ਸਾਰੀਆਂ ਜਾਣਕਾਰੀਆਂ ਸਾਂਝੀਆਂ ਵੀ ਕੀਤੀਆਂ ਨੇ। ਸੋ 2 ਦਿਨ ਭਾਰਤ ਦੇ ਲਈ ਬਹੁਤ ਖਾਸ। ਫਿਲਹਾਲ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ। ਦਿਓ ਇਜਾਜ਼ਤ, ਬਣੇ ਰਹੋ ਡੇਲੀ ਪੋਸਟ ਪੰਜਾਬ ਬਨਾਣਾ ਹਿਮਾਚਲ ਦੇ ਨਾਲ। ਸ਼ੁਕਰੀਆ।